ਹੁੰਦਾ ਹੈ। ਤੇ ਅਸੀਂ ਹੁਣ ਚਲਦੇ ਹਾਂ ਇਹਦੇ 'ਚ ਤੀਸਰੀ ਜੋ ਐਸਪੈਕਟ ਸੀ ਉਹ ਸੀ ਪ੍ਰੀ ਕੰਡੀਸ਼ਨ। ਗੁਰੂ ਸਾਹਿਬ ਨੇ ਇਸ ਮਾਰਗ ਤੇ ਆਉਣ ਲਈ ਪ੍ਰੀ ਕੰਡੀਸ਼ਨ ਵੀ ਰੱਖੀ ਹੈ, ਜੋ ਤੋ ਪ੍ਰੇਮ ਖਿਲਣ ਕਾ ਚਾਓ ਸਿਰ ਧੜ ਤਲੀ ਗਲੀ ਮੇਰੀ ਆਓ। तो ਜਿਹੜੀ ਗੇਮ ਹੈ ਇਹ ਇੱਕ ਪ੍ਰੇਮ ਦੀ ਗੇਮ ਹੈ। ਇਹ ਬਹੁਤ ਕਲੀਅਰ ਹੈ ਕਿ ਇਹਦੇ ਵਿਚਕਾਰ ਸਾਰਾ ਦਾ ਸਾਰਾ ਪ੍ਰੇਮ 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 ਦਾ ਹੀ ਪਸਾਰਾ ਹੈ। ਕੋਈ ਤਬਾਰਕ ਪੈਰ ਧਰੀਜੈ ਸਿਰ ਦੀਜੇ ਕਾਂਡ ਨਾ ਕੀਜੇ। ਅਗਰ ਇਸ ਮਾਰਗ ਤੇ ਆ ਰਹੇ ਹੋ ਟਰੂਥਫੁਲ ਲਿਵਿੰਗ ਵਾਲੇ ਮਾਰਗ ਤੇ ਫਿਰ ਤੁਸੀਂ ਇਹਨੂੰ ਛੱਡ ਕੇ ਦੌੜਨਾ ਨਹੀਂ ਹੈ। ਸੋ ਇੱਕ ਪ੍ਰੀ ਕੰਡੀਸ਼ਨ ਨਾਲ ਗੁਰੂ ਸਾਹਿਬ ਕਹ ਰਹੇ ਨੇ ਆ ਜਾਓ ਇਸ ਮਾਰਗ ਤੇ। तो ਸਾਡੇ ਕੋਲ ਇੱਕ ਮਿਸ਼ਨ ਹੈ, ਉਹ ਕੁਆਲਿਟੀਜ਼ ਹੈ ਜੋ ਸਾਡਾ ਬੇਸ ਬਣਨਗੀਆਂ ਟਰੂਥਫੁਲ ਲਿਵਿੰਗ ਦੀਆਂ। ਉਹ ਇੱਕ ਪ੍ਰੀ ਕੰਡੀਸ਼ਨ ਹੈ ਔਰ ਇੱਕ ਫਾਈਨਲੀ ਕਨਵਿਕਸ਼ਨ ਹੈ। ਕਨਵਿਕਸ਼ਨ ਮਤਲਬ ਇੱਕ ਦ੍ਰਿੜ ਵਿਸ਼ਵਾਸ ਹੈ ਕਿ ਅਸੀਂ ਫਾਈਨਲੀ ਜੋ ਚਾਹੁੰਦੇ ਹਾਂ ਉਹ ਮਿਲੇਗਾ ਵੀ। ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। तो जो प्रेम प्री कंडीशन सी कि जो तो प्रेम खिलन का चाहो, इत्थे गुरु गोबिंद सिंह जी कह रहे हैं साच कहो सुन लियो सब है जिन प्रेम कियो तिन ही, जिन्होंने प्रेम किया उन्होंने पा भी लिया। फिर वो एक कन्विक्शन है कि हाँ ये होएगा फाइनली। सो ये सब तो बाद साडा ट्रुथफुल मार्ग दा फिर पाथ जिहड़ा है सानू आहिस्ता आहिस्ता पाथवे क्लीयर हुंदा है। ਤੇ ਗੁਰੂ ਸਾਹਿਬ ਨੇ ਇੱਥੇ ਫਰਮਾਇਆ ਸਰਬ ਧਰਮ ਮੈਂ श्रेष्ठ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। तो ਇਹਨੂੰ ਅਸੀਂ ਸੈਂਟਰਲ ਮੰਨ ਕੇ ਚੱਲਦੇ ਹਾਂ ਕਿ ਅਗਰ ਮੈਨੂੰ ਮਾਰਗ ਚਾਹੀਦਾ, ਟਰੂਥਫੁਲ ਲਿਵਿੰਗ ਚਾਹੀਦੀ ਹੈ, ਕੋਈ ਧਰਮ ਚਾਹੀਦਾ, ਕੁਝ ਵੀ ਹੈ ਤੇ ਉਹ श्रेष्ठ ਕੀ ਹੈ? ਗੁਰੂ ਸਾਹਿਬ ਨੇ ਬੜਾ ਕਲੀਅਰ ਕਿਹਾ ਹੈ ਹਰ ਕੋ ਨਾਮ ਜਪ ਨਿਰਮਲ ਕਰਮ। ਤੇ ਅਸੀਂ ਹੁਣ ਐਕਸਪੈਂਡ ਕਰਾਂਗੇ ਹਰ ਕੋ ਨਾਮ ਜਪ ਨਿਰਮਲ ਕਰਮ ਨੂੰ, ਤਾਂ ਕਿ ਸਾਨੂੰ ਟਰੂਥਫੁਲ ਲਿਵਿੰਗ ਦਾ ਪਾਥ ਵੀ ਸਮਝ ਆ ਜਾਏ। ਜਿਹੜੇ 3 ਪਿਲਰਸ ਨੇ ਉਹ ਜਿਹੜੇ ਸਾਡੇ ਕਰਮਾਂ ਨੂੰ ਡਿਫਾਈਨ ਕਰਦੇ ਨੇ, ਜਿਨ੍ਹਾਂ ਨੂੰ ਅਸੀਂ ਆਮ ਅਕਸਰ ਕਈ ਜਗ੍ਹਾ ਇਸਤੇਮਾਲ ਵੀ ਕਰਦੇ ਹਾਂ। ਨਾਮ ਜਪੋ ਕਿਰਤ ਕਰੋ ਵੰਡ ਛਕੋ। ਇਹ ਕਿਤੇ ਡਾਇਰੈਕਟਲੀ ਗੁਰਬਾਣੀ 'ਚ ਤਿੰਨੋਂ ਵਰਡ ਨਹੀਂ ਆਉਂਦੇ, ਪਰ ਜਦੋਂ ਤੋਂ ਵੀ ਇਹ ਪ੍ਰਥਾ ਚੱਲੀ ਆ ਰਹੀ ਹੈ ਜਾਂ ਜਿਨ੍ਹਾਂ ਨੇ ਵੀ ਪੂਰੀ ਗਹਿਰਾਈ 'ਚ ਖੋਜ ਕੀਤੀ ਹੈ ਕਿ ਗੁਰੂ ਸਾਹਿਬ ਦੇ 3 ਪ੍ਰਿੰਸੀਪਲਸ ਕਿਹੜੇ ਸੀ, ਡਾਕਟਰਾਈਨਸ ਕੀ ਸਨ, ਜਿਹਦੇ ਬੇਸਿਸ ਤੇ ਪੂਰਾ ਦਾ ਪੂਰਾ ਗੁਰੂ ਗ੍ਰੰਥ ਸਾਹਿਬ ਦਾ ਇੱਕ ਤਰ੍ਹਾਂ ਦਾ ਟਰੂਥਫੁਲ ਲਿਵਿੰਗ ਦਾ ਆਧਾਰ ਬਣਦਾ ਹੈ, ਉਹ ਸੱਚ ਦਾ ਮਾਰਗ ਹੈ। ਤੇ ਉਹ ਹੈ ਨਾਮ ਜਪੋ ਕਿਰਤ ਕਰੋ ਵੰਡ ਛਕੋ। ਜੋ ਵੈਸੇ ਗੁਰਬਾਣੀ ਚ ਆਂਦਾ ਉਹ ਹੈ ਨਾਮ ਦਾਨ ਇਸ਼ਨਾਨ। ਉਹ ਵੀ ਕਿੱਥੇ ਇਹਨਾਂ ਨਾਲ ਆ ਕੇ ਲਿੰਕ ਹੋਏਗਾ, ਉਹ ਅਸੀਂ ਫਿਰ ਸੈਪਰੇਟ ਇੱਕ ਸਬਜੈਕਟ ਬਣ ਜਾਂਦੇ, ਇਸ ਕਰਕੇ ਅਸੀਂ ਉਹਨੂੰ ਟੱਚ ਨਹੀਂ ਕਰ ਰਹੇ। ਸੋ ਨਾਮ ਦਾਨ ਇਸ਼ਨਾਨ ਵੀ ਉਹ ਇਸ਼ਨਾਨ ਜਿਹੜਾ बेसिकली किरत ਕਰਨ ਦੇ ਨਾਲ ਜਾ ਕੇ ਲਿੰਕ ਹੁੰਦਾ, ਔਰ ਦਾਨ ਜਿਹੜਾ ਵੰਡ ਛਕਣ ਟਾਈਪ ਹੈ। बट वो है वर्ड्स, सिमिलर वर्ड्स यूज हुए हैं जो गुरु नानक साहब ने आप इस्तेमाल किए हैं, नाम दान निशान। ਤੇ ਨਾਮ ਜਪੋ ਕਿਰਤ ਕਰੋ ਵੰਡ ਛਕੋ ਨੂੰ ਅਗਰ ਅਸੀਂ ਧਿਆਨ ਨਾਲ ਦੇਖੀਏ ਤੇ ਇਹ ਹਰ ਕੋ ਨਾਮ ਜਪ ਨਿਰਮਲ ਕਰਮ ਹੀ ਹੈ। ਨਾਮ ਜਪੋ ਇਜ਼ ਹਰ ਕੋ ਨਾਮ ਜਪ ਔਰ ਕਿਰਤ ਕਰੋ ਵੰਡ ਛਕੋ ਇਜ਼ ਨਿਰਮਲ ਕਰਮ। ਸੋ ਐਕਸਪੀਰੀਅੰਸ ਹਿਸ ਗਲੋਰੀ। ਨਾਮ ਜਪੋ ਦਾ ਮਤਲਬ ਉਸ ਦੀ ਗਲੋਰੀ ਨੂੰ ਜੀਵਨ ਦੇ ਵਿੱਚ ਐਕਸਪੀਰੀਅੰਸ ਕਰੋ। ਜਪੋ ਦਾ ਮਤਲਬ ਇੱਥੇ ਬਾਰ-ਬਾਰ ਰਿਪੀਟੀਟਿਵਲੀ ਕਰਨਾ ਜਾਂ ਚੈਂਟ ਕਰਨਾ ਨਹੀਂ ਹੈ, ਉਹਨੂੰ ਜੀਵਨ ਦੇ ਵਿੱਚ ਐਕਸਪੀਰੀਅੰਸ ਕਰਨਾ ਔਰ ਮੇਨਟੇਨ ਪਿਓਰ ਕੰਡਕਟ ਲਾਈਕ ਨਿਰਮਲ ਕਰਮ ਜਿਹੜੇ ਨੇ। ਇਹਦੇ ਵਿੱਚ ਇੱਕ ਲਿੰਕ ਬਣੇਗਾ, ਉਹ ਹੈ ਵੈਸੇ ਤੇ ਜੋ ਐਕਸਪੀਰੀਅੰਸ ਇਸ ਗਲੋਰੀ ਹੈ ਬਿਕੋਜ਼ ਵੀ ਲਵ ਹਿਮ, ਇਹ ਪਰਮਾਤਮਾ ਲਈ ਪ੍ਰੇਮ ਹੈ। ਔਰ ਜੋ ਕਿਰਤ ਕਰੋ ਵੰਡ ਛਕੋ ਉਹਦੀ ਕ੍ਰੀਏਸ਼ਨ ਲਈ ਪ੍ਰੇਮ ਹੈ। ਮਤਲਬ ਦੋਨੋਂ ਪਾਸੇ ਅਸੀਂ ਪ੍ਰੇਮ ਦਾ ਅਹਿਸਾਸ ਨਾਲ ਲੈ ਕੇ ਚੱਲਣਾ। तो जो नाम जपो ਦੀ ਜਦੋਂ ਗੱਲ ਆਏਗੀ ਤੇ ਉਹ ਪਰਮਾਤਮਾ ਦੀ ਤਰਫ ਪ੍ਰੇਮ ਹੋਏਗਾ, ਜੋ ਕਿਰਤ ਕਰੋ ਵੰਡ ਛਕੋ ਉਹਦੀ ਕ੍ਰੀਏਸ਼ਨ ਲਈ ਹੋਏਗਾ, ਉਹਦੇ ਵਿੱਚ ਵੀ ਪਰਮਾਤਮਾ ਆਪ ਹੈ। तो ਅਲਟੀਮੇਟਲੀ ਤੇ ਪਰਮਾਤਮਾ ਨਾਲ ਹੀ ਪ੍ਰੇਮ ਹੈ, ਇਹ ਨਹੀਂ ਕਿ ਪਰਮਾਤਮਾ ਆਪਣੀ ਕ੍ਰੀਏਸ਼ਨ ਤੋਂ ਵੱਖਰਾ ਹੈ। ਸੋ ਲਵ ਇਜ਼ ਕ੍ਰੀਏਸ਼ਨ। ਉਹ ਜਦੋਂ ਸ਼ੁਰੂਆਤ ਹੈ ਜਰਨੀ ਦੀ ਅਸੀਂ ਕਿਹਾ ਸੀ ਉਹਨੂੰ ਆਪਣੇ ਤੋਂ ਵੱਖਰਾ ਕਰਕੇ ਚੱਲਦੇ ਹਾਂ ਤੇ ਉਹ ਗੱਲ ਵੀ ਠੀਕ ਹੈ। ਹੁਣ ਅਸੀਂ ਦੇਖਦੇ ਹਾਂ ਇੱਕ ਜੋ ਸਾਨੂੰ ਪਰਮਾਤਮਾ ਨਾਲ ਪ੍ਰੇਮ ਹੈ, ਉਹ ਸਾਨੂੰ ਕਿਰਤ ਕਰੋ ਵੰਡ ਛਕੋ ਦੇ ਵਿੱਚ ਉਹਦੀ ਉਸ ਰੋਸ਼ਨੀ ਦੇ ਵਿਚਕਾਰ ਸਾਨੂੰ ਕਿਰਤ ਕਰੋ ਵੰਡ ਛਕੋ ਦਾ ਸਾਡਾ ਰਸਤਾ ਖੁੱਲਦਾ ਹੈ। ਸੋ ਜੋ ਕਿਰਤ ਕਰਨ ਔਰ ਵੰਡ ਛਕਣ ਦਾ ਰਾਹ ਵੀ ਖੁੱਲਣਾ ਹੈ, ਉਹ ਨਾਮ ਜਪਣ ਤੋਂ ਹੀ ਖੁੱਲਣਾ ਹੈ। ਸੋ ਐਕਸਪੀਰੀਅੰਸ ਇਸ ਗਲੋਰੀ ਤੋਂ ਹੀ ਸਾਨੂੰ ਕਿਰਤ ਕਰੋ ਵੰਡ ਛਕੋ ਦਾ ਲਿੰਕ ਬਣੇਗਾ। ਅਸੀਂ ਹੁਣ ਪਹਿਲੇ ਨਾਮ ਜਪੋ ਨੂੰ ਸਮਝ ਲੈਂਦੇ ਹਾਂ। ਨਾਮ ਜਪੋ ਕੀ ਚੀਜ਼ ਹੈ? ਨਾਮ ਜਪੋ ਦੀ ਇੱਕ ਜੋ ਕੋਸ਼ਿਸ਼ ਕੀਤੀ ਗਈ ਹੈ ਕਿ ਜੋ ਮੋਸਟ ਇੰਪੋਰਟੈਂਟ ਐਸਪੈਕਟ ਹੈ ਨਾਮ ਜਪੋ ਦੇ ਉਹ ਇੱਥੇ ਲਿਖੇ ਜਾਣ। ਥੋੜਾ ਧਿਆਨ ਨਾਲ ਬੜੀ ਕੇਅਰਫੁਲੀ ਪੜ੍ਹਨਾ, ਕਿਉਂਕਿ
ਇਹ ਬਹੁਤ ਗਹਿਰਾਈ ਤੋਂ ਕਈ ਸਾਰੇ ਸ਼ਬਦਾਂ ਤੋਂ ਕਰੀਬ ਮੇਬੀ ਕਈ ਸੌ ਸ਼ਬਦਾਂ ਦੇ ਵਿਚਕਾਰੋਂ ਨਿਚੋੜ ਕੇ ਇੱਕ ਤਰ੍ਹਾਂ ਨਾਲ ਡਿਫਾਈਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਨਾਮ ਜਪੋ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦਾ ਪਾਠ ਕਰਨਾ, ਮਨਨ ਕਰਨਾ, ਗਾਉਣਾ ਅਤੇ ਉਸ ਡੂੰਘਾਈ ਤੱਕ ਪਹੁੰਚਣਾ ਜਿੱਥੇ ਸਤ ਸਰੂਪ ਬ੍ਰਹਮ ਗੁਣ ਪ੍ਰਗਟ ਹੁੰਦੇ ਹਨ। ਮਤਲਬ ਕਿ ਸ਼ਬਦ ਦੀ ਗਹਿਰਾਈ ਚ ਇਤਨਾ ਉਤਰਨਾ ਹੈ ਕਿ ਸਾਡੇ ਸਾਹਮਣੇ ਡਿਵਾਈਨ ਕੁਆਲਿਟੀਜ਼ ਸੱਚ ਦੇ ਰੂਪ ਵਿੱਚ ਸਾਹਮਣੇ ਆ ਜਾਣ। ਸੱਚ ਮਤਲਬ ਜੋ ਕਦੀ ਵੀ ਨਹੀਂ ਬਦਲਣ ਵਾਲਾ, ਜੋ ਆਦ ਸੱਚ ਜੁਗਾਦ ਸੱਚ, ਉਹ ਵਾਲੇ ਗੁਣ ਜੋ ਹਮੇਸ਼ਾ ਹੀ ਸਤ ਸਰੂਪ ਰਹੇ ਹਨ। ਅਤੇ ਉਸ ਸਤ ਦਾ ਅਭਿਆਸ ਕਰਨਾ ਵਿਅਕਤੀ ਅਕਸਮਾਤ ਵਾਹਿਗੁਰੂ ਸ਼ਬਦ ਉਚਾਰਨ ਤੱਕ ਦੇ ਪੜਾਅ ਤੇ ਪਹੁੰਚਦਾ ਹੈ, ਜਿਸ ਦਾ ਅਰਥ ਹੈ ਅਦਭੁਤ ਪ੍ਰਬੁੱਧ ਕਰਨ ਵਾਲਾ। ਸੋ ਜਦੋਂ ਟਰੁੱਥ ਸਾਹਮਣੇ ਆਏ ਤੇ ਅਚਾਨਕ ਹੀ ਮੂੰਹ ਚ ਵਾਹਿਗੁਰੂ ਨਿਕਲ ਜਾਏ। ਵਾਹਿਗੁਰੂ ਮਤਲਬ ਵਾਹ ਮਤਲਬ ਵੰਡਰਸ, ਗੁਰੂ ਮਤਲਬ ਇਹ ਗੱਲ ਤੇ ਮੈਨੂੰ ਹਨੇਰੇ ਤੋਂ ਰੋਸ਼ਨੀ ਵੱਲ ਲੈ ਕੇ ਜਾ ਰਹੀ ਹੈ। ਦੋ ਚੀਜ਼ਾਂ ਦਾ ਕੰਬੀਨੇਸ਼ਨ ਹੈ ਵਾਹ ਔਰ ਗੁਰੂ। ਦੈਟ ਮੀਨਸ ਮੈਂ ਅੱਜ ਉਸ ਟਰੁੱਥ ਮੇਰੇ ਹੱਥ ਲੱਗਿਆ ਇਸ ਸ਼ਬਦ ਦੀ ਗਹਿਰਾਈ ਜਾ ਕੇ, ਜਿੱਥੇ ਅਚਾਨਕ ਹੀ ਮੂੰਹ ਤੋਂ ਵਾਹ ਵੀ ਨਿਕਲਿਆ ਕਿ ਮੈਨੂੰ ਅੰਧਕਾਰ ਤੋਂ ਰੋਸ਼ਨੀ ਵੱਲ ਲੈ ਕੇ ਜਾ ਰਿਹਾ। ਸੋ ਇਹ ਜਿਹੜਾ ਵਰਡ ਵਾਹਿਗੁਰੂ ਹੈ ਕੀਰਤਮ ਨਾਮ ਨਹੀਂ ਹੈ। ਅੱਗੇ ਅਸੀਂ ਗੱਲ ਕਰਾਂਗੇ ਕੀਰਤਮ ਨਾਮ ਔਰ ਸਤਨਾਮ ਤੇਰਾ ਪੂਰਾ ਪਰਬਲਾ। ਸੋ ਇਹ ਨਾਮ ਜਪੋ ਸਿਰਫ ਵਾਹਿਗੁਰੂ ਕਹਿਣਾ ਨਹੀਂ ਹੈ। ਵਾਹਿਗੁਰੂ ਤੇ ਅੰਤਿਮ ਅਵਸਥਾ ਹੈ ਕਿ ਜਦੋਂ ਅਸੀਂ ਸ਼ਬਦ ਦੀ ਗਹਿਰਾਈ 'ਚ ਪਹੁੰਚਦੇ ਹਾਂ, ਜੋ ਸਾਡੇ ਹੱਥ ਨਿਕਲਦਾ ਔਰ ਜਿਹੜੀ ਸਟੇਟ ਆਫ ਮਾਈਂਡ ਹੈ ਉਹ ਵਾਹਿਗੁਰੂ ਕਹਿਲਵਾਉਂਦੀ ਹੈ। ਅਸੀਂ ਵਾਹਿਗੁਰੂ ਬਿਨਾਂ ਸੋਚੇ ਵਾਹਿਗੁਰੂ ਵਾਹਿਗੁਰੂ ਬੋਲਣਾ ਨਹੀਂ ਹੈ। ਸ਼ਬਦ ਦੀ ਗਹਿਰਾਈ ਤੇ ਜਾ ਕੇ ਜੋ ਸੱਚ ਸਾਹਮਣੇ ਆਇਆ, ਉਹ ਸੱਚ ਦੀ ਰੋਸ਼ਨੀ ਨੂੰ ਅਸੀਂ ਵਾਹਿਗੁਰੂ ਕਹਿ ਕੇ ਬੁਲਾਇਆ। ਇਹ ਨਾਮ ਜਪੋ ਸਾਨੂੰ ਕਿਰਤ ਕਰੋ ਔਰ ਫਿਰ ਵੰਡ ਛਕੋ ਵੱਲ ਵੀ ਕਿਸ ਤਰ੍ਹਾਂ ਲੈ ਕੇ ਜਾਏਗਾ, ਉਹ ਅਸੀਂ ਅੱਗੇ ਦੇਖਣਾ। ਸੋ ਤਿੰਨ ਵਿੱਚੋਂ ਅਸੀਂ ਪਹਿਲੇ ਦੀ ਡੈਫੀਨੇਸ਼ਨ ਨਾਮ ਜਪੋ ਦੀ ਥੋੜੀ ਜੀ ਕੰਸਾਈਜ਼ ਜਿਹੀ ਡੈਫੀਨੇਸ਼ਨ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਅਸੀਂ ਗੱਲ ਕਰਾਂਗੇ ਕਿਰਤ ਕਰੋ ਦੀ। ਸੋ ਕਿਰਤ ਕਰੋ ਹੈ ਨਾਮ ਦੀ ਰੋਸ਼ਨੀ ਵਿੱਚ। ਸਭ ਤੋਂ ਪਹਿਲਾਂ ਜ਼ਰੂਰੀ ਹੈ ਪਹਿਲੇ ਨਾਮ ਜਪੋ ਆ ਚੁੱਕਾ ਹੈ, ਉਹ ਕੋਈ ਅਲੱਗ ਜੀ ਚੀਜ਼ ਨਹੀਂ ਹੈ, ਪਰਮਾਤਮਾ ਦਾ ਪ੍ਰੇਮ ਹੀ ਹੈ ਉਹ ਸਭ। ਨਾਮ ਦੀ ਰੋਸ਼ਨੀ ਵਿੱਚ ਆਪਣੇ ਆਪ ਨੂੰ ਨਿਰਸਵਾਰਥ ਢੰਗ ਨਾਲ ਪਰਮਾਤਮਾ ਦੁਆਰਾ ਪ੍ਰਦਾਨ ਕੀਤੇ ਗਏ ਹੁਨਰ, ਯੋਗਤਾਵਾਂ ਅਤੇ ਸਖਤ ਮਿਹਨਤ ਦੀ ਵਰਤੋਂ ਕਰਦਿਆਂ ਇੱਕ ਇਮਾਨਦਾਰ, ਸ਼ੁੱਧ ਅਤੇ ਸਮਰਪਿਤ ਜ਼ਿੰਦਗੀ ਕਮਾਉਣਾ ਔਰ ਦ੍ਰਿੜਤਾ ਨਾਲ ਕੰਮ ਕਰਨਾ ਅਤੇ ਆਲਸ ਨੂੰ ਛੱਡਣਾ। ਸੋ ਇਹ ਹੈ in the light of the norm, earn an honest, pure and dedicated living by exercising one's God-given skills, abilities, talents and hard labor in a selfless manner, work with determination and shun laziness। ਤੇ ਕਿਰਤ ਕਰਨ ਵਾਲਾ ਬੰਦਾ ਕਦੀ ਡਿਟਰਮਿੰਡ ਵੀ ਹੁੰਦਾ, ਸੁਸਤ ਇਨਸਾਨ ਨਹੀਂ ਹੁੰਦਾ। ਸਾਰੀਆਂ ਆਪਣੀਆਂ ਜੋ ਰੱਬ ਦੀਆਂ ਦਿੱਤੇ ਹੋਏ, ਰੱਬ ਦੇ ਜੋ ਅਸੀਂ ਆਹਿਸਤਾ ਆਹਿਸਤਾ ਡਿਵਾਈਨ ਕੁਆਲਿਟੀਜ਼ ਨੂੰ ਆਪਣੇ ਜੀਵਨ 'ਚ ਲੈ ਕੇ ਆਏ, ਉਹਨਾਂ ਨੂੰ ਦਿਨ ਰਾਤ ਇਸਤੇਮਾਲ ਕਰਕੇ ਇੱਕ ਸੈਲਫਲੈਸ ਜੀਵਨ ਜੀਣ ਵਾਲਾ ਕਿਰਤ ਕਰ ਰਿਹਾ ਹੁੰਦਾ। ਤੋ ਇਹਦੇ 'ਚ ਵੀ ਇਹ ਕੋਈ ਪਰਫੈਕਟ ਡੈਫੀਨੇਸ਼ਨ ਨਹੀਂ ਹੈ, ਬਟ ਜੋ ਵੀ ਸੋਝੀ ਹੈ ਸ਼ਬਦਾਂ ਦੇ ਥਰੂ ਉਹਨੂੰ ਕੋਸ਼ਿਸ਼ ਕੀਤੀ ਗਈ ਹੈ। ਔਰ ਫਿਰ ਅਸੀਂ ਚੱਲਾਂਗੇ ਇਹ ਨਾਮ ਜਪੋ ਜਿਹੜਾ ਇਹ ਕਿਰਤ ਕਿਰਤ ਕਰੋ ਜਿਹੜੇ ਨਾਮ ਜਪੋ ਦੀ ਰੋਸ਼ਨੀ ਦੇ ਵਿੱਚ ਹੀ ਆਏਗਾ। ਨਾਮ ਜੇ ਹੱਥ ਲੱਗਿਆ ਤਾਂ ਸਾਡੀ ਕਿਰਤ ਥਾਂ ਪਏਗੀ। ਅਗਰ ਅਸੀਂ ਨਾਮ ਬਿਨਾ ਜੋ ਪੈਰੇ ਖਾਏ ਜੋ ਕੂਕੜ ਜੂਠਨ ਮੇ ਪਾਏ, ਅਸੀਂ ਜੋ ਵੀ ਕਰ ਰਹੇ ਹੋਵਾਂਗੇ ਨਾਮ ਬਿਨਾ ਜੇਤਾ ਵਿਵਹਾਰ, ਉਹ ਕਿਸੇ ਕੰਮ ਦਾ ਨਹੀਂ ਹੈ ਜੋ ਨਾਮ ਦੀ ਰੋਸ਼ਨੀ 'ਚ ਨਹੀਂ ਹੋ ਰਿਹਾ, ਉਸ ਪਰਮਾਤਮਾ ਦੇ ਪ੍ਰੇਮ ਦੀ ਰੋਸ਼ਨੀ 'ਚ ਨਹੀਂ ਹੋ ਰਿਹਾ, ਉਹਦੇ ਨਾਲ ਕਨੈਕਟ ਤੋਂ ਬਿਨਾ ਅਗਰ ਹੋ ਰਿਹਾ, ਡਰਾਈ ਜਿਹਾ ਹੋ ਰਿਹਾ, ਤੇ ਉਹ ਕਿਰਤ ਨਹੀਂ ਹੈ। ਫਿਰ ਹੁਣ ਅਸੀਂ ਗੱਲ ਕਰਦੇ ਹਾਂ ਵੰਡ ਛਕੋ ਦੀ। ਤੇ ਵੰਡ ਛਕੋ ਦੀ ਅਗਰ ਡੈਫੀਨੇਸ਼ਨ ਦੀ ਗੱਲ ਕਰੀਏ ਤੇ ਇਹ ਵੀ ਨਾਮ ਦੀ ਰੋਸ਼ਨੀ ਵਿੱਚ, ਇਨ ਦਾ ਲਾਈਟ ਆਫ ਨਾਮ ਸ਼ੇਅਰ ਵਟ ਇਜ਼ ਅਰਨ ਔਰ ਐਕਵਾਇਰਡ ਬਾਈ ਓਨੈਸਟ ਮੀਨਸ। ਦੈਟ ਮੀਨਸ ਜੋ ਕਿਰਤ ਕਰੋ ਤੋਂ ਅਸੀਂ ਲੈ ਕੇ ਆਏ ਹਾਂ ਐਂਡ ਯੂਟੀਲਾਈਜ਼ ਇਟ ਟੂਗੇਦਰ ਵਿਦ ਕੰਪੈਸ਼ਨ ਐਂਡ ਹੰਬਲਨੈਸ। ਉਹਨੂੰ ਜੋ ਵੰਡ ਛਕਣਾ ਹੈ ਉਹਦੇ 'ਚ ਦਇਆ ਦਾ ਭਾਵ ਔਰ ਹਿਊਮਿਲਿਟੀ ਦਾ ਭਾਵ, ਹੰਬਲਨੈਸ ਨਾਲ ਲੈ ਕੇ ਚੱਲਣਾ। ਦਿਸ ਕੁਡ ਬੀ ਵੈਲਥ, ਫੂਡ, knowledge, experience or any or a helping hand to the needy of any kind। मतलब किसी भी तरह ਦਾ ਅਗਰ ਅਸੀਂ ਵਾਪਸ ਪਰਮਾਤਮਾ ਦੇ ਕ੍ਰੀਚਰਸ ਨੂੰ ਦੇ ਰਹੇ ਹਾਂ, ਉਹ ਅਸੀਂ ਪੇੜ ਨੂੰ ਵੀ ਦੇ ਸਕਦੇ ਹਾਂ, ਕਿਸੇ ਜਾਨਵਰ ਨੂੰ ਵੀ, ਮਨੁੱਖ ਨੂੰ ਵੀ, ਕਿਸੇ ਨੂੰ ਵੀ ਅਸੀਂ ਪੂਰੀ ਦੀ ਪੂਰੀ ਸੰਭਾਲ ਕਰਕੇ ਚੱਲਣਾ। ਸੋ ਅਸੀਂ ਵੰਡ ਛਕ ਰਹੇ ਹਾਂ। ਦੈਟ ਮੀਨਸ ਸਾਨੂੰ ਜੋ ਰੱਬੀ ਗੁਣਾਂ ਦੇ ਥਰੂ ਸਬਜ਼ੀ ਪਈ, ਜੋ ਅਸੀਂ ਕਮਾਇਆ, ਚਾਹੇ ਅਸੀਂ
ਰੱਬੀ ਗੁਣ ਵੀ ਅਗਰ ਕੋਈ ਸਾਨੂੰ ਵਿਜ਼ਡਮ ਵੀ ਆਈ ਹੈ ਤੇ ਉਹਨੂੰ ਵੀ ਵੰਡਣਾ ਹੈ। ਸੋ ਇਹ ਵੰਡ ਛਕੋ ਹੈ। ਸੋ ਅਗੇਨ ਇਟਸ ਨਾਟ ਅ ਪਰਫੈਕਟ ਡੈਫੀਨੇਸ਼ਨ, ਬਟ ਜੋ ਵੀ ਨੇੜੇ ਤੇੜੇ ਦੀਆਂ ਸਮਝ ਆਏ ਸੀ ਸ਼ਬਦ ਜਿਨ੍ਹਾਂ ਦੇ ਆਧਾਰ ਤੇ ਉਹ ਨਾਮ। ਸੋ ਨਾਮ ਜਪੋ ਤੋਂ ਅਸੀਂ ਕਿਰਤ ਕਰੋ ਔਰ ਫਿਰ ਫਾਈਨਲੀ ਵੰਡ ਛਕੋ ਤੱਕ ਦਾ ਇੱਕ ਯਾਤਰਾ ਚੱਲਦੀ ਰਹੇਗੀ। ਤੇ ਹੁਣ ਅਸੀਂ ਕੁਝ ਗੱਲ ਕਰਨ ਜਾ ਰਹੇ ਹਾਂ, ਕੁਝ ਮੈਜਿਕ ਵਰਡਸ ਹੈ, 5 ਮੈਜਿਕ ਵਰਡਸ ਪਿਓਰ ਕੰਡਕਟ ਨਾਲ ਰਿਲੇਟਡ। ਇਹ ਆਸਾ ਦੀ ਵਾਰ ਦੇ ਵਿਚਕਾਰ ਅਸੀਂ ਰੋਜ਼ ਪੜ੍ਹਦੇ ਹਾਂ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਇੱਥੇ ਵਰਡ ਨਾਨਕਾ ਤੋਂ ਇਲਾਵਾ ਸਿਰਫ 5 ਵਰਡਸ ਦਾ ਇਸਤੇਮਾਲ ਹੋਇਆ ਔਰ ਇਹ ਮੈਜਿਕ ਵਰਡਸ ਹੈ। ਇਹ ਬਹੁਤ ਵੱਡਾ ਇੱਕ ਭੇਦ ਖੋਲਦੇ हैं। ਉਹ ਭੇਦ ਇਹ ਹੈ ਕਿ ਸਵੀਟਨੈਸ ਐਂਡ ਹਿਊਮਿਲਿਟੀ ਆਰ ਦਾ ਐਸੈਂਸ ਆਫ ਕੁਆਲਿਟੀਜ਼ ਐਂਡ ਗੁੱਡਨੈਸ ਓ ਨਾਨਕ। ਮਤਲਬ ਇੱਥੇ 2 ਵਰਡ ਇਸਤੇਮਾਲ ਹੋਏ ਹਨ, ਧਿਆਨ ਨਾਲ ਦੇਖੀਏ ਤੇ ਗੁਣ ਔਰ ਚੰਗਿਆਈਆਂ। ਇੱਥੇ ਗੁਰੂ ਸਾਹਿਬ ਨੇ ਦੋਨਾਂ ਨੂੰ ਇੱਕ ਜਗ੍ਹਾ ਤੇ ਸੈਪਰੇਟ ਕੀਤਾ ਹੈ। ਹੋਰ ਵੀ ਕਈ ਸ਼ਬਦਾਂ ਦੇ ਸੈਪਰੇਟ ਹੈ। ਕਈ ਸ਼ਬਦਾਂ ਦੇ ਵਿੱਚ ਸਿਰਫ ਚੰਗਿਆਈਆਂ ਦੀ ਗੱਲ ਹੋਈ ਹੈ, ਕਈ ਸ਼ਬਦਾਂ ਦੇ ਵਿੱਚ ਸਿਰਫ ਗੁਣ ਦੀ ਗੱਲ ਹੋਈ ਹੈ, ਕਈ ਸ਼ਬਦਾਂ ਦੇ ਵਿੱਚ ਗੁਣ ਔਰ ਚੰਗਿਆਈਆਂ ਨੂੰ ਮਿਲਾ ਕੇ ਵੀ ਕਿਹਾ ਗਿਆ। ਸੋ ਅਸੀਂ ਜਦੋਂ ਅਸੀਂ ਸ਼ਬਦ ਦੇਖਾਂਗੇ ਤੇ ਸਾਨੂੰ ਪਤਾ ਲੱਗੇਗਾ ਕਿ ਇਹ ਯੂਸੇਜ ਜੋ ਹੋਇਆ ਉਹ ਅਲੱਗ-ਅਲੱਗ ਤਰੀਕੇ ਨਾਲ ਹੋਇਆ। ਸੋ ਬਿਹੇਵੀਅਰ ਇਜ਼ ਰਿਫਲੈਕਸ਼ਨ ਆਫ ਵਰਚੂਜ਼ ਐਂਡ ਵੈਲਿਊਜ਼। ਜੋ ਕੁਆਲਿਟੀਜ਼ ਹੈ ਉਹਨਾਂ ਨੂੰ ਅਸੀਂ ਵਰਚੂਜ਼ ਕਹਿੰਦੇ ਆ ਔਰ ਜੋ ਗੁੱਡਨੈਸ ਹੈ, ਚੰਗਿਆਈਆਂ ਜਿਹੜੀਆਂ, ਉਹਨਾਂ ਨੂੰ ਅਸੀਂ ਵੈਲਿਊਜ਼ ਕਹਿੰਦੇ ਆ। ਸੋ ਵਰਚੂਜ਼ ਐਂਡ ਵੈਲਿਊਜ਼ ਦਾ ਜੋ ਕੰਬੀਨੇਸ਼ਨ ਚੱਲੇਗਾ, ਅਗਰ ਉਹ ਬਿਹੇਵੀਅਰ ਦੇ ਵਿੱਚ ਫਿਟਨੈਸ ਐਂਡ ਹਿਊਮਿਲਿਟੀ ਆਈ ਜਾ ਰਹੀ ਹੈ ਡੇ ਬਾਈ ਡੇ, ਇਹਦਾ ਮਤਲਬ ਕਿ ਅਸੀਂ ਗੁਰੂ ਦੀਆਂ ਜੋ ਡਿਵਾਈਨ ਕੁਆਲਿਟੀਜ਼ ਦੇ ਵਿੱਚੋਂ, ਜੋ ਅਸੀਂ ਪਹਿਲੇ ਗੱਲ ਕੀਤੀ ਸੀ ਡਿਵਾਈਨ ਕੁਆਲਿਟੀਜ਼ ਜੋ ਮੂਲ ਮੰਤਰ ਚ ਆਉਂਦੀਆਂ, ਉਸ ਦੇ ਥਰੂ ਜੋ ਸਾਨੂੰ ਸ਼ਬਦਾਂ ਦੀ ਗਹਿਰਾਈ ਜਾ ਕੇ ਉਹਨਾਂ ਕੁਆਲਿਟੀਜ਼ ਨਾਲ ਕਨੈਕਟ ਹੋਇਆ ਔਰ ਅਸੀਂ ਇਸਤੇਮਾਲ ਕਰ ਪਾ ਰਹੇ ਹਾਂ, ਤਾਂ ਤੇ ਸਾਡੇ ਬਿਹੇਵੀਅਰ ਚ ਹੰਬਲਨੈਸ ਐਂਡ ਸਵੀਟਨੈਸ ਦੋਨੋਂ ਆਣਗੀਆਂ, ਮਿਠਾਸ ਵੀ ਆਏਗੀ ਔਰ ਹਿਊਮਿਲਿਟੀ ਵੀ ਆਏਗੀ। So our pure conduct is reflected when we walk the path of right truthful living. So ਉਹ pure conduct ਜਿਹਦੀ ਅਸੀਂ ਗੱਲ ਕਰਕੇ ਹਰ ਕੋ ਨਾਮ ਜਪ ਨਿਰਮਲ ਕਰਮ, ਉਹ truthful living ਬਣ ਜਾਏਗਾ। And truthful living is good deeds supported by values and virtues, ਜੋ ਕਿ ਨਾਮ ਦੀ ਰੋਸ਼ਨੀ ਦੇ ਵਿਚਕਾਰ ਗੁੱਡ ਡੀਡਸ ਹੋਣੇ ਨੇ। ਹੁਣ ਥੋੜਾ ਜਿਹਾ ਹੋਰ ਇਹਨੂੰ ਅੱਗੇ ਚੱਲਦੇ ਹਾਂ ਕਿ ਆਰ ਦਾ ਵੈਲਿਊਜ਼ ਐਂਡ ਵਰਚੂਜ਼ 2 ਡਿਫਰੈਂਟ ਥਿੰਗਸ। ਇਹ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਗੁਰੂ ਸਾਹਿਬ ਨੇ ਕਿਤੇ ਕਿਤੇ ਇਹ ਵੀ ਕਿਹਾ ਕਿ ਇਹ ਕੁਆਲਿਟੀਜ਼ ਹੋਣ ਦਾ ਕੋਈ ਫਾਇਦਾ। ਕਾਰਾਂ, ਕਦਰਾਂ, ਸੰਸਕਾਰ ਜਿਹੜੇ ਨੇ, ਜਿਨ੍ਹਾਂ ਨੂੰ ਚੰਗਿਆਈਆਂ ਵੀ ਕਿਹਾ ਜਾਂ ਵੈਲਿਊਜ਼ ਕਿਹਾ, the belief about what's right and what's important to carry forward the actions and is reflected in the behavior। ਕਿ ਜ਼ਿੰਦਗੀ ਦੇ ਵਿੱਚ ਕੀ ਕੁਝ ਠੀਕ ਰਾਹ ਤੇ ਚੱਲਣ ਲਈ ਇਹ ਬਿਲੀਫ ਮੇਰਾ ਕਿ ਇਹ ਸਭ ਠੀਕ ਹੈ, ਇਹੀ ਹੋਣੀ ਚਾਹੀਦੀ ਹੈ ਕੁਆਲਿਟੀ। ਲਾਈਕ ਅਸੀਂ ਐਗਜ਼ਾਮਪਲ ਵੀ ਦਿੱਤੀ ਹੈ ਇਕੁਐਲਿਟੀ। ਸੋ ਜੋ ਇਕੁਐਲਿਟੀ ਹੈ, ਕੰਪੈਸ਼ਨ ਹੈ, ਲਵ ਹੈ, ਇਹ ਐਗਜ਼ਾਮਪਲਸ ਨੇ। ਸੋ ਵੈਲਿਊਜ਼ ਆਲਸੋ ਰਿਫਲੈਕਟ ਦ ਮੋਰਲ ਸਟੈਂਡਰਡਸ ਆਫ ਇੰਡੀਵਿਜੂਅਲ ਐਂਡ ਦੈਟ ਆਫ ਦ ਟੀਮ ਔਰ ਸੋਸਾਇਟੀ। ਕਈ ਵਾਰ ਪੂਰੀ ਦੀ ਪੂਰੀ ਸੋਸਾਇਟੀ ਜਿਹੜੀ ਹੈ ਉਹਦੇ ਵਿੱਚ ਮੈਜੋਰਿਟੀ ਆਫ ਲੋਕ ਉਹਨੂੰ ਫੋਲੋ ਕਰਦੇ ਆ ਤੇ ਕਈ ਵਾਰ ਸੋਸਾਇਟੀ ਨੂੰ ਵੀ ਰਿਫਲੈਕਟ ਕਰਦੀ ਹੈ ਕਿ ਸੋਸਾਇਟੀ ਦੇ ਵਿਚਕਾਰ ਇਹ ਵਾਲਾ ਵੈਲਿਊ ਬੜੀ ਪ੍ਰੈਕਟਿਸ ਕੀਤੀ ਜਾਂਦੀ ਹੈ। ਉਹਦੀਆਂ ਐਗਜ਼ਾਮਪਲਸ ਨੇ ਇਕੁਐਲਿਟੀ, ਕੰਪੈਸ਼ਨ ਐਂਡ ਲਵ। ਤੇ ਇਹ ਜਿਹੜੀ ਨੇ ਮੇਨ ਚੀਜ਼ ਹੈ, ਵੈਲਿਊਜ਼ ਦੇ ਲਈ ਸਾਨੂੰ ਕੋਈ ਸਾਰੀ ਜ਼ਿੰਦਗੀ ਦੀ ਘਾਲਣਾ ਨਹੀਂ ਘਾਲਣੀ ਪੈਂਦੀ, ਇਹਨਾਂ ਨੂੰ ਪ੍ਰੈਕਟਿਸ ਕਰਨ ਲਈ ਘਾਲਣੀ ਪੈਂਦੀ ਹੈ, ਇਹਨਾਂ ਨੂੰ ਅਡਾਪਟ ਕਰਨ ਲਈ ਕੋਈ ਮਿਹਨਤ ਨਹੀਂ ਕਰਨੀ ਪੈਂਦੀ। ਫॉर एग्जाम्पल अगर मैं सोच ला कि आज तो बाद मैं इक्वालिटी ते ही काम करांगा, तो फिर इक्वालिटी इट डजंट पुट रिक्वायर एनी एफर्ट्स। बस तुसी कह देता ते हो गया, मतलब तुसी वैल्यू अडॉप्ट कर ली या प्रेम करांगा या जो भी है, उन्होंने प्रैक्टिस करने च बहुत मेहनत चाहिए है, पर उन्होंने अडॉप्ट करने च कोई मेहनत नहीं चाहिए। वैल्यूज की एक खासियत है, एक टेस्ट है उहदा। कोई भी वैल्यू ऐसी नहीं है जिन्होंने अडॉप्ट करने दे विचकार असीं कि मैंने ते 6 महीने चाणगे लगणगे तां मैं इक्वालिटी नूं अडॉप्ट करना शुरू करांगा। ऐसा नहीं कभी भी होएगा। जे करना तो आज करो, नहीं तो फिर नहीं रहेगा। हुण असीं एक डेफिनेशन चलदे हां वर्चूज दी। सो करैक्टरिस्टिक्स विच बिलोंग टू ए पर्सन इनबॉर्न और एक्वायर्ड, ये परमात्मा की तरफों गिफ्टेड भी हो सकते हैं या फिर उन्होंने प्रैक्टिस करके एक्वायर भी किया जा सकता है। और ये साडियां वर्चूज सानू वैल्यूज नू प्रैक्टिस करने च हैल्प करदियां ने। अगर मेरे को वर्चूज नहीं होणगियां तो मैं वैल्यूज नू प्रैक्टिस नहीं कर सकता। अल्टीमेटली तो सानू वैल्यूज नू ही प्रैक्टिस करना है। तो वैल्यूज नू प्रैक्टिस करने के लिए मेरे को कुछ क्वालिटीज चाहिए, कुछ वर्चूज चाहिए, लाइक डिटरमिनेशन, डिसिप्लिन, फियरलैसनेस,
पर ये सारिया चीज़ां एक दिन च नहीं आंदियां। ये सारिया चीज़ां ये नहीं कि हुण है और अगले मिनट हुण नहीं है और अगले मिनट मेरे कोल है। ਉਹਦੇ ਲਈ ਸਾਨੂੰ ਘਾਲਣਾ ਘਾਲਣੀ ਪੈਂਦੀ। ਉਹਦੇ ਲਈ ਸਾਨੂੰ ਆਪਣੇ ਜੀਵਨ 'ਚ ਥੋੜਾ ਕਰਕੇ ਜਾਂ ਵੱਡਾ ਚੇਂਜ ਲਿਆ ਕੇ ਚੇਂਜ ਕਰਕੇ ਇਹਨਾਂ ਗੁਣਾਂ ਨੂੰ ਐਕਵਾਇਰ ਕਰਨਾ ਪੈਂਦਾ। So values we can adopt immediately, but virtues we cannot adopt in 1 minute. ਉਹਦੇ ਲਈ ਸਾਨੂੰ ਮਿਹਨਤ ਦੀ ਲੋੜ ਹੈ। ਜਿਸ ਮਿਹਨਤ ਦੇ ਜੇ ਸਾਨੂੰ ਕੁਆਲਿਟੀਜ਼ ਆਣਗੀਆਂ, ਸਾਡੇ ਹੱਥ ਵਰਚੂਜ਼ ਆਣਗੀਆਂ, ਉਹਨਾਂ ਨੂੰ ਅਸੀਂ ਵੈਲਿਊਜ਼ ਨੂੰ ਪ੍ਰੈਕਟਿਸ ਕਰਨ 'ਚ ਯੂਜ਼ ਕਰਨਾ। So these are the things which help us in practicing the values. So वो base ਜਿਹੜਾ ਹੈ ਉਹ values ਹੀ ਹੈ, ਔਰ ਅਦਰਵਾਈਜ਼ ਬਿਨਾਂ ਵਰਚੂਜ਼ ਦੇ ਉਹ ਪ੍ਰੈਕਟਿਸ ਨਹੀਂ ਹੋਣਗੀਆਂ। ਫਿਰ ਅਸੀਂ ਕਮਰੇ 'ਚ ਹੀ ਬੈਠੇ ਇੱਕ ਨੇਕ ਇਨਸਾਨ ਹੋ ਸਕਦੇ ਹਾਂ, ਪਰ ਅਸੀਂ ਕੁਝ ਕਰ ਨਹੀਂ ਰਹੇ। ਮਤਲਬ ਮੈਂ ਇੱਕ ਬਹੁਤ ਚੰਗਾ ਇਨਸਾਨ, ਮੇਰੇ ਵਿਚਾਰ ਬਹੁਤ ਵਧੀਆ ਹੋ ਸਕਦੇ ਆ, ਪਰ ਮੈਂ ਕੁਝ ਕਰ ਨਹੀਂ ਰਿਹਾ ਹੋਵਾਂਗਾ। ਔਰ ਗੁਰਬਾਣੀ ਦੇ ਵਿੱਚ ਜੋ ਗੁਣ ਵਰਡ ਆਇਆ, ਕਿਤੇ ਕਿਤੇ ਵੈਲਿਊਜ਼ ਔਰ ਵਰਚੂਜ਼ ਦੋਨਾਂ ਨੂੰ ਮਿਲਾ ਕੇ ਵੀ ਇਸਤੇਮਾਲ ਹੋਇਆ। ਔਰ ਜਿੱਥੇ ਚੰਗਿਆਈਆਂ ਆਇਆ ਉਹ ਸਿਰਫ ਵੈਲਿਊਜ਼ ਦੇ ਲਈ ਆਇਆ, ਔਰ ਜਿੱਥੇ ਗੁਣ ਵਰਡ ਆਇਆ ਕਦੀ ਕਦੀ ਸਿਰਫ ਗੁਣਾਂ ਲਈ ਆਇਆ, ਕਦੀ ਕਦੀ ਵੈਲਿਊਜ਼ ਐਂਡ ਵਰਚੂਜ਼ ਦੋਨਾਂ ਲਈ ਆਇਆ। ਇਹ ਸਾਨੂੰ ਧਿਆਨ ਰੱਖ ਕੇ ਚੱਲਣਾ। ਹੁਣ ਅਸੀਂ ਦੇਖੀਏ ਕਿ ਸਾਡੇ ਕੋਲ ਚੰਗਿਆਈਆਂ ਤੇ ਹੋਣ, ਵੈਲਿਊਜ਼ ਤੇ ਹੋਣ, ਪਰ ਸਾਡੇ ਕੋਲ ਗੁਣ ਨਾ ਹੋਣ ਤੇ ਕੀ ਹੋਏਗਾ? ਸਾਡਾ ਕੋਈ ਰਿਜ਼ਲਟ ਨਹੀਂ ਨਿਕਲੇਗਾ। ਬਸ ਅਸੀਂ ਚੰਗੇ ਨੇਕ ਇਨਸਾਨ ਹੋਵਾਂਗੇ, ਪਰ ਕਿਸੇ ਦੇ ਕੰਮ ਨਹੀਂ ਆ ਰਹੇ ਹੋਵਾਂਗੇ, ਅਸੀਂ ਕਿਸੇ ਨੂੰ ਨੁਕਸਾਨ ਵੀ ਨਹੀਂ ਪਹੁੰਚਾ ਰਹੇ ਹੋਵਾਂਗੇ, ਪਰ ਸਾਡਾ ਜਦ ਤੱਕ ਸਾਡੇ ਕੋਲ ਗੁਣ ਨਹੀਂ ਹੋਣਗੇ ਤਾਂ ਤੱਕ ਸਾਡੇ ਕੋਈ ਨਤੀਜੇ ਨਹੀਂ ਆਉਣ ਵਾਲੇ। ਹੁਣ ਅਸੀਂ ਦੂਸਰੀ ਸਿਚੁਏਸ਼ਨ ਲੈਂਦੇ ਹਾਂ, ਸਾਡੇ ਕੋਲ ਚੰਗਿਆਈਆਂ ਵੀ ਹੋਣ ਔਰ ਗੁਣ ਵੀ ਹੋਣ, ਸਾਡੇ ਕੋਲ ਵਰਚੂਜ਼ ਵੀ ਹੋਣ ਸਾਰੇ, ਸਾਡੇ ਜੀਵਨ ਦੇ ਜੋ ਟਰੂਥਫੁਲ ਲਿਵਿੰਗ ਦੇ ਉਹ ਬੈਸਟ ਰਿਜ਼ਲਟਸ ਆਣਗੇ। ਸੋ ਸਾਨੂੰ ਇਕੱਲੇ ਇੱਕ ਨਾਲ ਨਹੀਂ ਕੰਮ ਚੱਲਦਾ, ਸਾਨੂੰ ਦੋਨੋਂ ਚੀਜ਼ਾਂ ਦੀ ਲੋੜ ਪੈਂਦੀ ਹੈ। ਔਰ ਜੋ ਤੀਸਰੀ ਸਿਚੁਏਸ਼ਨ ਹੈ ਉਹ ਹੈ ਕਿ ਸਾਡੇ ਕੋਲ ਚੰਗਿਆਈਆਂ ਨਾ ਹੋਣ ਪਰ ਗੁਣ ਹੋਣ। ਇਹ ਇੱਕ ਐਕਚੁਅਲੀ ਬੜੀ ਡੇਂਜਰਸ ਸਿਚੁਏਸ਼ਨ ਹੈ। ਚੰਗਿਆਈਆਂ ਦੀ ਜਗ੍ਹਾ ਮੇਰੇ ਕੋਲ ਬੁਰਾਈਆਂ ਹੋਣ ਪਰ ਗੁਣ ਬੜੇ ਹੋਣ, ਮਤਲਬ ਮੈਂ ਡਿਟਰਮਿਨਡ ਹਾਂ, ਬੜਾ ਕੌਨਫੀਡੈਂਟ ਬੰਦਾ, ਔਰ ਮੇਰੀਆਂ ਬੁਰਾਈਆਂ ਬੜੀਆਂ, ਤੇ ਇਹਦੇ ਬੜੇ ਬੁਰੇ ਨਤੀਜੇ ਆਉਂਦੇ। ਸੋ ਕੱਲੇ ਵਰਚੂਜ਼ ਹੋਣਾ ਵਿਦਆਊਟ ਵੈਲਿਊਜ਼ ਇਜ਼ ਵੈਰੀ ਡੇਂਜਰਸ। ਦੁਨੀਆ 'ਚ ਜਿਹੜੇ ਬੰਦੇ ਗਲਤ ਕੰਮ ਕਰ ਰਹੇ ਨੇ ਉਹ ਬੜੇ ਦਲੇਰ ਵੀ ਨੇ, ਉਹ ਬੜੇ ਬਹਾਦਰ ਲੋਕ ਵੀ ਹੈ, ਐਸਾ ਨਹੀਂ ਹੈ, ਪਰ ਬਹਾਦਰੀ ਕਿਸ ਕੰਮ ਦੀ ਜੇ ਉਹਨਾਂ ਦੀਆਂ ਵੈਲਿਊਜ਼ ਸਿਸਟਮ ਗਲਤ ਹੈ। ਸੋ ਉਹਨਾਂ ਕੋਲ ਕੁਆਲਿਟੀਜ਼ ਜਾਂ ਗੁਣ ਤੇ ਹੈ ਨੇ, ਪਰ ਉਹਨਾਂ ਕੋਲ ਵੈਲਿਊਜ਼ ਨਹੀਂ ਹੈ। ਤੇ ਜਿੱਥੇ ਵੈਲਿਊਜ਼ ਨਹੀਂ ਹੁੰਦੀਆਂ ਪਰ ਸਿਰਫ ਵਰਚੂਜ਼ ਹੁੰਦੀਆਂ, ਉਹ ਬਹੁਤ ਹੀ ਡੇਂਜਰਸ ਹੈ ਸੋਸਾਇਟੀ ਲਈ ਔਰ ਸਾਡੇ ਆਪਣੇ ਜੀਵਨ ਲਈ ਵੀ। ਔਰ ਬੰਦਾ ਸਵੇਰੇ ਸਵੇਰੇ ਉੱਠ ਕੇ ਚੱਲ ਪੈਂਦਾ। ਚੋਰ ਹੈ, ਚੋਰ ਦੇ ਕੋਲ ਵੀ ਨਿਡਰ ਹੈ, ਚੋਰ ਵੀ ਬਹੁਤ ਹੱਦ ਤੱਕ ਤੇ ਨਿਡਰ ਹੀ ਹੁੰਦੇ ਜਿਹੜੇ ਇਤਨਾ ਵੱਡਾ ਲਾਈਫ ਦਾ ਰਿਸਕ ਲੈਂਦੇ ਆ, ਪਰ ਰਿਜ਼ਲਟ ਦੇਖ ਲਓ ਕੀ ਹੁੰਦਾ। ਉਹਨਾਂ ਕੋਲ ਵਰਚੂ ਤੇ ਹੈ ਜੋ ਇੱਕ ਆਮ ਬੰਦੇ ਕੋਲ ਨਹੀਂ ਹੈ। ਕਿਸੇ ਹੋਰ ਦੇ ਘਰ ਦੇ ਅੰਦਰ ਘੁਸ ਜਾਣਾ ਰਾਤ ਨੂੰ ਕਿਸੇ 'ਚ ਹਿੰਮਤ ਹੈ, ਸੋ ਉਹਦਾ ਕੋਈ ਫਾਇਦਾ ਤੇ ਨਹੀਂ ਹੈ, ਉਹ ਤੇ ਨੁਕਸਾਨ ਪਹੁੰਚਾ ਰਹੇ ਨੇ। ਸੋ ਹੁਣ ਅਸੀਂ ਇਸ ਨੂੰ ਇੱਕ ਸਿਸਟਮ ਨੂੰ ਪੂਰੀ ਤਰ੍ਹਾਂ ਸਮਝਣ ਲਈ ਇਹ ਦੇਖਦੇ ਹਾਂ, ਜਿਹੜੀਆਂ ਸਾਡੀਆਂ ਕੋਰ ਵੈਲਿਊਜ਼ ਐਂਡ ਵਰਚੂਜ਼ ਹੈ, ਇਹਨਾਂ ਉੱਤੇ ਅਸੀਂ ਆਹਿਸਤਾ ਆਹਿਸਤਾ ਕਿਸ ਤਰ੍ਹਾਂ ਕੰਮ ਕਰਨਾ ਹੈ। ਸੋ ਜੋ ਅਟਮੋਸਟ ਹਿਊਮਨ ਡਿਵੋਸ਼ਨ ਹੈ, ਜਿਹਨੂੰ ਸਭ ਤੋਂ ਉੱਚੀ ਡਿਵੋਸ਼ਨ ਹੈ, ਉਹ ਹੈ ਲਵ ਫॉर ਗॉड, ਜਿਹਨੂੰ ਅਸੀਂ ਨਾਮ ਵੀ ਕਿਹਾ। ਤਾਂ ਨਾਮ ਹੈ, ਦਿਲ 'ਚ ਹਮੇਸ਼ਾ ਇੱਕ ਪ੍ਰੇਮ ਬਣਿਆ ਹੋਇਆ, ਉਹ ਸਭ ਤੋਂ ਵੱਡੀ ਡਿਵੋਸ਼ਨ ਹੈ। ਕਦੇ ਬੰਦਾ ਬੜਾ ਡਿਵੋਟਿਡ ਹੈ, ਡਿਵੋਟਿਡ ਤਾਂ ਹੈ ਜੇ ਉਹਦੇ ਹਰ ਮੂਮੈਂਟ ਤੇ ਉਹਦਾ ਇੱਕ ਪ੍ਰੇਮ ਪਰਮਾਤਮਾ ਦੇ ਨਾਲ ਬਣਿਆ ਔਰ ਉੱਤੇ ਜੁੜਿਆ ਹੋਇਆ। ਔਰ ਫਿਰ ਅਸੀਂ ਗੱਲ ਕਰਦੇ ਹਾਂ ਹਰ ਕੋ ਨਾਮ ਤੋਂ ਬਾਅਦ ਨਿਰਮਲ ਕਰਮ ਦੀ। ਹਾਈਐਸਟ ਹਿਊਮਨ ਵੈਲਿਊ ਜਿਹੜੀ ਹੈ, ਜਿਹਨੂੰ ਅਸੀਂ ਵੈਲਿਊਜ਼ ਐਂਡ ਵਰਚੂਜ਼ ਕਹਿ ਰਹੇ ਸੀ, ਉਹ ਸਭ ਤੋਂ ਵੱਡੀ ਵੈਲਿਊ ਹੈ ਸੈਲਫਲੈਸਨੈਸ। ਨਿਰਸਵਾਰਥਤਾ ਹੋ ਜਾਣਾ ਇਨਸਾਨ ਦੀ ਸਭ ਤੋਂ ਜ਼ਿਆਦਾ ਵੱਡੀ ਵੈਲਿਊ ਹੈ। ਔਰ ਉਹ ਵੈਲਿਊ ਦਾ ਵੀ ਕੀ ਬੇਸ ਅਸੀਂ ਗੱਲ ਕਰਾਂਗੇ। ਔਰ ਗ੍ਰੇਟੈਸਟ ਹਿਊਮਨ ਵਰਚੂ, ਇਨਸਾਨ ਦੀ ਸਭ ਤੋਂ ਵੱਡਾ ਗੁਣ ਹੈ ਕਿ ਹਰ ਕੋਈ ਉਸ ਤੇ ਭਰੋਸਾ ਕਰਦਾ ਹੈ। ਟਰਸਟਵਰਦੀਨੈਸ, ਉਹਦੇ 'ਚ ਇੰਨੇ ਗੁਣ ਨੇ, ਕੋਈ ਵੀ ਉਸ ਤੇ ਭਰੋਸਾ ਕਰਦਾ। ਇਹ ਇੱਕ ਥੋੜਾ ਜਿਹਾ ਅਸੀਂ ਹੁਣ ਵਾਪਸ ਡਿਵਾਈਨ ਕੁਆਲਿਟੀਜ਼ ਤੇ ਜਾਈਏ ਤੇ ਅਸੀਂ ਅੱਜ ਦੇਖਾਂਗੇ ਵੀ ਕਿ ਕਿਸ ਤਰ੍ਹਾਂ ਪ੍ਰੂਵ ਹੁੰਦਾ ਕਿ ਜੋ ਸੈਲਫਲੈਸਨੈਸ ਹੈ ਉਹ ਉਹਦਾ ਬੇਸ ਜੋ ਹੈ ਉਹ ਨਿਰਵੈਰ ਹੈ। ਕਿ ਜੋ ਇਨਸਾਨ ਕੰਪਲੀਟਲੀ ਨਿਰਵੈਰ ਹੈ, ਜੋ ਮੇਰਾ ਦੁਸ਼ਮਣ ਹੈ ਉਹ ਮੇਰਾ ਬੁਰਾ ਕਰ ਗਿਆ, ਮੈਨੂੰ ਤਾਂ ਵੀ ਉਹ ਬੁਰਾ ਨਹੀਂ ਲੱਗ ਰਿਹਾ। ਉਹਦਾ ਇਤਨਾ ਸੈਲਫਲੈਸਨੈਸ ਹੈ ਕਿ ਉਹ ਨਿਰਵੈਰ ਉਹਦਾ ਬੇਸ ਹੈ। ਔਰ ਜੋ ਵਿਸ਼ਵਾਸ ਦਾ ਬੇਸ ਹੈ ਨਿਰਭਉ, ਜੋ ਇਨਸਾਨ ਕਿਸੇ ਵੀ ਚੰਗੇ ਕੰਮ ਤੋਂ ਕਦੀ ਵੀ ਕਿਸੇ ਸਿਚੁਏਸ਼ਨ ਤੇ ਡਰਦਾ ਨਹੀਂ। ਕੁਝ ਲੋਕ ਡਰ ਜਾਂਦੇ ਆ ਸਿਚੁਏਸ਼ਨ ਆਉਂਦੀ ਹੈ, ਸੋ ਟਰਸਟ ਉਸੇ ਬੰਦੇ ਤੇ ਹੋਏਗਾ ਜੋ ਨਿਡਰ ਹੋ ਕੇ ਕਰੇਗਾ। ਨਿਡਰ ਉਹ ਕਰੇਗਾ ਜਿਹਦੀਆਂ ਕੁਆਲਿਟੀਜ਼ ਅੱਗੇ ਅਸੀਂ ਡਿਸਕਸ ਕਰਨ ਜਾ ਰਹੇ ਹਾਂ। ਸੋ ਨਿਰਵੈਰ ਨਿਰਭਉ ਜਿਹੜਾ ਨਾ ਸਾਡਾ
ਨਿਰਮਲ ਕਰਮ ਦੇ ਵਿਚਕਾਰ ਰਿਫਲੈਕਟ ਹੁੰਦਾ ਪੂਰੀ ਤਰ੍ਹਾਂ। तो ਉਹਨਾਂ ਡਿਵਾਈਨ ਕੁਆਲਿਟੀਜ਼ ਨੂੰ ਜਿਹਨੂੰ ਅਸੀਂ ਕਿਹਾ ਸੀ ਅੱਗੇ ਚੱਲ ਕੇ ਕਿ ਪੂਰੀ ਤਰ੍ਹਾਂ ਨਾਲ ਸਾਨੂੰ ਸਮਝਣਾ ਹੈ, ਉਹ ਐਕਚੁਅਲ ਦੇ ਵਿੱਚ ਨਿਰਵੈਰ ਨਿਰਭਉ ਦਾ ਹੀ ਐਕਸਪੈਂਸ਼ਨ ਸ਼ੁਰੂ ਹੋਏਗਾ ਇੱਥੋਂ ਦੀ। ਸੋ ਅਸੀਂ ਟਰੁਥਫੁਲ ਲਿਵਿੰਗ ਦੇ ਵਿਚਕਾਰ ਹੁਣ ਅਸੀਂ ਗੱਲ ਦੇਖੀਏ ਤੇ ਹਰ ਕੋ ਨਾਮ ਜਪ, ਜਿਹਦੇ ਵਿੱਚ ਜੋ ਟਰੁਥ ਹੈ, ਜੋ ਨਾਮ ਦੀ ਰੋਸ਼ਨੀ ਹੈ, ਜੋ ਪਰਮਾਤਮਾ ਨਾਲ ਪਿਆਰ ਹੈ, ਉਹ ਇੱਕ ਐਸਪੈਕਟ ਹੈ। ਉਹ ਪਿਆਰ ਦਿਲ 'ਚ ਹਮੇਸ਼ਾ ਬਣਿਆ ਰਵੇ ਔਰ ਉਸ ਦੀ ਰੋਸ਼ਨੀ ਤਾਂ ਮਿਲਦੀ ਹੈ ਜਦੋਂ ਅਸੀਂ ਅੱਗੇ ਦੇਖਾਂਗੇ ਨਾਮ ਕਿਸ ਤਰ੍ਹਾਂ ਅਸੀਂ ਐਕਵਾਇਰ ਕਰਨਾ ਹੈ। ਔਰ ਫਿਰ ਸਾਡੀਆਂ ਜੋ ਟਰਸਟਵਰਦੀਨੈਸ ਐਂਡ ਸੈਲਫਲੈਸਨੈਸ ਹੈ। ਸੋ ਹਰ ਕੋ ਨਾਮ ਜਪ ਨਿਰਮਲ ਕਰਮ ਦਾ ਹੁਣ ਬਾਣੀ ਦੇ 3 ਵਰਡਸ ਤੇ ਬੇਸ ਸਾਡਾ ਚੇਂਜ ਹੋ ਗਿਆ। ਹੁਣ ਸਤਨਾਮ ਨਿਰਭਉ ਨਿਰਵੈਰ ਉਹਦੀ ਕ੍ਰੀਏਸ਼ਨ ਹੈ, ਕਰਤਾ ਪੁਰਖ ਦੀ ਕ੍ਰੀਏਸ਼ਨ ਜਿਹੜੀ ਹੈ ਉਹ ਇਹ 2 ਪਾਰਟ ਜਿਹੜੇ ਆ ਨਿਰਭਉ ਨਿਰਵੈਰ ਉਹਦੀ ਕ੍ਰੀਏਸ਼ਨ ਦੇ ਦੋਨੋਂ ਕ੍ਰੀਏਸ਼ਨ ਨਾਲ ਰਿਲੇਟਡ, ਕਰਤਾ ਪੁਰਖ ਨਾਲ ਰਿਲੇਟਡ ਨੇ। ਸੋ ਸਤਨਾਮ ਇਹ ਦੋਨੋਂ ਕਰਤਾ ਪੁਰਖ ਦੇ ਵਿੱਚ ਨਿਰਭਉ ਨਿਰਵੈਰ ਦੇ ਗੁਣ ਇਹ ਸਾਨੂੰ ਅੱਗੇ ਲੈ ਕੇ ਜਾਣਗੇ, ਜੋ ਸਾਨੂੰ ਫਾਈਨਲੀ ਨਾਮ ਜਪੋ ਕਿਰਤ ਕਰੋ ਵੰਡ ਛਕੋ ਨਾਲ ਦੁਬਾਰਾ ਜੋੜੇਗਾ। ਜੋ ਨਾਮ ਜਪੋ ਹੈ ਉਹ ਸਾਡਾ ਸੋਲ ਦਾ ਇੱਕ ਤਰ੍ਹਾਂ ਦਾ ਅਨਾਜ ਹੈ ਜਾਂ ਭੁੱਖ ਕਹਿ ਲਓ, ਸਾਡੀ ਜੋ ਆਤਮਿਕ ਭੁੱਖ ਹੈ ਉਹ ਨਾਮ ਜਪੋ ਨਾਲ ਪੂਰੀ ਹੋਣੀ ਹੈ। ਜੋ ਬੋਡੀ ਐਂਡ ਮਾਈਂਡ ਹੈ ਉਹ ਨਿਰਭਉ ਨਿਰਵੈਰ ਹੋ ਕੇ ਹੋਣਾ। ਨਾਮ ਨੇ ਸਾਨੂੰ ਕਿਰਤ ਕਰੋ ਵੰਡ ਛਕੋ ਵੱਲ ਲੈ ਜਾਣਾ। ਜਿਤਨੀ ਕਿਰਤ ਕਰਾਂਗੇ ਵੰਡ ਛਕਾਂਗੇ ਨਾਮ ਦ੍ਰਿੜ ਹੋਏਗਾ। ਇਹ ਦੋਨੋਂ ਇੱਕ ਦੂਸਰੇ ਨੂੰ ਹੈਲਪ ਕਰਦੇ ਨੇ। ਜਿਹੜਾ ਨਾਮ ਨਾਲ ਜੁੜੇਗਾ ਉਹ ਕਿਰਤ ਕਰੇਗਾ ਵੰਡ ਛਕੇਗਾ। ਜਿਤਨੀ ਕਿਰਤ ਕਰੇਗਾ ਵੰਡ ਛਕੇਗਾ ਉਤਨਾ ਹੀ ਪ੍ਰੇਮ ਵਧੇਗਾ ਪਰਮਾਤਮਾ ਨਾਲ, ਇਹ ਦ੍ਰਿੜ ਹੋਏਗਾ। ਇਹ ਜਿਤਨਾ ਦ੍ਰਿੜ ਹੋਏਗਾ ਹੋਰ ਸੋਹਣਾ ਕਿਰਤ ਕਰੋ, ਹੋਰ ਸੋਹਣਾ ਵੰਡ ਛਕੋ ਹੋਏਗਾ। ਇਹ ਸਾਈਕਲ ਚੱਲਦਾ ਜੀਵਨ ਦਾ, ਸਟੈਪ ਬਾਈ ਸਟੈਪ ਗੁਰੂ ਦੇ ਦੱਸੇ ਮਾਰਗ ਤੇ ਅਸੀਂ ਉੱਪਰ ਦੀਆਂ ਸੀੜੀਆਂ ਚੜ ਸਕਦੇ ਹਾਂ। ਸੋ ਇਹ ਟੂਵਰਡਸ ਕ੍ਰੀਏਟਰ ਹੈ, ਟੂਵਰਡਸ ਕ੍ਰੀਏਸ਼ਨ ਹੈ। ਅਖੀਰ 'ਚ ਇਹਨੇ ਸਭ ਨੇ ਮਿਲ ਜਾਣਾ, ਉਹ ਇੱਕ ਹੀ ਹੋ ਜਾਣਾ। ਫਿਰ ਚਲੋ ਅਸੀਂ ਹੁਣ ਨਾਮ ਜਪੋ ਨੂੰ ਫਿਰ ਤੋਂ ਸਮਝੀਏ। ਅਜੇ ਤੱਕ ਅਸੀਂ ਡੈਫੀਨੇਸ਼ਨ ਦੀ ਗੱਲ ਕਰ ਰਹੇ ਸੀ, ਤੇ ਥੋੜਾ ਜਿਹਾ ਅਸੀਂ ਤੇ ਨਾਮ ਜਪੋ ਦਾ ਪੂਰਾ ਟੌਪਿਕ ਇੱਕ ਵਾਰ ਲੈ ਚੁੱਕੇ ਹਾਂ ਤੇ ਮੈਂ ਬਹੁਤ ਡਿਟੇਲ 'ਚ ਨਹੀਂ ਜਾ ਰਿਹਾ। ਬਹੁਤ ਕੰਡੈਂਸਡ ਜੀ ਫਾਰਮ ਵਿੱਚ ਨਾਮ ਜਪੋ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਗੁਰਬਾਣੀ ਵਿੱਚ ਨਾਮ ਔਕੜ, ਨਾਮ ਸਿਹਾਰੀ, ਨਾਮ ਮੁਕਤਾ, ਨਾਏ ਨਾਉ ਵਗੈਰਾ ਵਗੈਰਾ ਕਈ ਤਰੀਕੇ ਨਾਲ ਇਹ ਵਰਡ ਇਸਤੇਮਾਲ ਹੋਇਆ। ਤੁਸੀਂ ਸ਼ਬਦ ਪੜ੍ਹੀਏ ਤੇ ਅਸੀਂ ਸਮਝ ਜਾਣਾ ਚਾਹੀਦਾ ਕਿ ਨਾਮ ਦੀ ਹੀ ਗੱਲ ਹੋ ਰਹੀ ਹੈ। ਕਿੱਥੇ ਐਜ਼ ਐਨ ਐਡਜੈਕਟਿਵ, ਕਿੱਥੇ ਐਜ਼ ਅ ਵਰਬ, ਕਿੱਥੇ ਐਜ਼ ਅ ਨਾਉਨ, ਉਹ ਸਭ ਚੱਲਦਾ ਰਹੇਗਾ। ਸੋ 3300 ਵਾਰ ਤੋਂ ਜ਼ਿਆਦਾ ਨਾਮ ਔਕੜ ਆਇਆ ਹੈ। ਨਾਮ ਮੁਕਤਾ 700 ਵਾਰ ਤੋਂ ਜ਼ਿਆਦਾ ਆਇਆ ਹੈ। ਇਸ ਤੋਂ ਇਲਾਵਾ ਸਾਡੀ ਰੋਜ਼ ਦੀ ਅਰਦਾਸ ਵਿੱਚ ਵੀ ਨਾਮ ਵਰਡ ਆਉਂਦਾ ਹੈ। ਤੇ ਹੁਣ ਅਸੀਂ ਦੇਖਦੇ ਹਾਂ ਫੰਡਾਮੈਂਟਲ ਆਫ ਆਵਰ ਐਗਜ਼ਿਸਟੈਂਸ ਐਕਚੁਅਲ 'ਚ ਕੀ ਹੈ। ਇੱਥੇ ਕਹਿੰਦੇ ਜੇਤਾ ਕੀਤਾ ਤੇਤਾ ਨਾਉ ਵੈਣ ਨਾਵੇਂ ਨਾਹੀ ਕੋ ਥਾਉ। ਪਰਮਾਤਮਾ ਜੋ ਕੁਝ ਵੀ ਹੈ ਤੇਰੇ ਨਾਮ ਦੇ, ਤੇਰਾ ਪ੍ਰੇਮ ਹੀ ਸੀ। ਮਤਲਬ ਇਸ ਨੂੰ ਕਿ ਨਾਮ ਪਰਮਾਤਮਾ ਦਾ ਅਲਟੀਮੇਟ, ਇਹ ਤੇਰਾ ਪ੍ਰੇਮ ਸੀ ਪਰਮਾਤਮਾ। ਉਹ ਤੇਰਾ ਪ੍ਰੇਮ ਦੀ ਛਾਪ ਸਾਨੂੰ ਹਰ ਜਗ੍ਹਾ ਨਜ਼ਰ ਆ ਰਹੀ ਹੈ। ਪ੍ਰਕਿਰਤੀ 'ਚ ਹਰ ਚੀਜ਼ ਵਿੱਚ ਪਰਮਾਤਮਾ ਤੇਰਾ ਪ੍ਰੇਮ ਦੀ ਝਲਕ ਹੈ ਸਾਨੂੰ। ਵੈਣ ਨਾਵੇਂ ਨਾਹੀ ਕੋ ਥਾਉ, ਐਸੀ ਕੋਈ ਜਗ੍ਹਾ ਹੀ ਨਹੀਂ ਜਿੱਥੇ ਪਰਮਾਤਮਾ ਤੇਰਾ ਨਾਮ ਨਹੀਂ, ਤੇਰਾ ਪ੍ਰੇਮ ਨਹੀਂ ਹੈ। ਹੁਣ ਸਾਡੀ ਤਰਫੋਂ ਪ੍ਰੇਮ ਹੈ ਜਾਂ ਨਹੀਂ ਹੈ, ਪਰਮਾਤਮਾ ਦੀ ਤਰਫੋਂ ਹੈ। ਉਹ ਪੂਰੇ ਬ੍ਰਹਮਾਂਡ 'ਚ ਹੈ, ਨੇਚਰ 'ਚ ਹੈ, ਜੀਵ ਜੰਤੂਆਂ 'ਚ ਹੈ, ਹਰ ਚੀਜ਼ 'ਚ ਹੈ। ਇਹ ਮੈਕਰੋ ਲੈਵਲ ਤੇ ਹੈ। ਸੋ ਵੈਨ ਕੰਸੀਡਰਡ ਇਨਸਿਗਨੀਫੀਕੈਂਟ, ਜਦੋਂ ਅਸੀਂ ਉਸ ਨੂੰ ਨਹੀਂ ਠੀਕ ਤਰ੍ਹਾਂ ਸਮਝ ਪਾਉਂਦੇ ਤੇ ਫਿਰ ਕੀ ਹੁੰਦਾ। ਕਹਿੰਦਾ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ, ਕਿਉਂਕਿ ਨਾਮ ਬਿਨਾ ਤ੍ਰਿਗ ਅਸਨੇਹੋ। ਬਿਨਾ ਨਾਮ ਦੇ ਪਰਮਾਤਮਾ ਤੇਰੇ ਨਾਲ ਪਿਆਰ ਕਿਸ ਤਰ੍ਹਾਂ ਪਏਗਾ। ਸਾਨੂੰ ਆਪਣਾ ਨਾਮ ਦਿਓ ਤਾਂ ਕਿ ਤੇਰੇ ਪਿਆਰ 'ਚ ਅਸੀਂ ਰਹੀਏ। ਨਾਮ ਬਿਨਾ ਜੋ ਪੈਰੇ ਖਾਏ, ਜਿਉ ਕੂਕੜ ਜੂਠਨ ਮੈਂ ਪਾਏ। ਨਾਮ ਬਿਨਾ ਜੇਤਾ ਵਿਵਹਾਰ, ਜਿਉ ਮਿਰਤਕ ਮਿਥਿਆ ਸਿੰਗਾਰ। ਇੰਨੇ ਕਰੜੇ ਸ਼ਬਦ ਯੂਜ਼ ਕੀਤੇ ਕਿ ਜੇ ਉਹਦੇ ਨਾਲ ਪਿਆਰ ਨਹੀਂ ਹੈ ਤਾਂ ਫਿਰ ਤੇ ਐਵੇਂ ਮੈਂ ਕਿਸੇ ਨੇ ਮੇਰੇ ਅੱਗੇ ਝੂਠਾ ਸੁੱਟ ਦਿੱਤਾ। ਉਹ ਪਰਮਾਤਮਾ ਦੇ ਹੀ ਜਾ ਰਿਹਾ, ਪਰਮਾਤਮਾ ਨੇ ਕੋਈ ਰੁਕਣਾ, ਪਰਮਾਤਮਾ ਤੇ ਦੇ ਹੀ ਜਾਏਗਾ। ਪਰ ਅਸੀਂ ਉਹਦੇ ਹੱਕਦਾਰ ਹਾਂ ਕਿ ਨਹੀਂ ਆ, ਉਹ ਥੋੜਾ ਜਿਹਾ ਮੁਸ਼ਕਿਲ ਹੈ। ਸੋ ਇਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਨਾਮ ਨੂੰ, ਨਾਮ ਜਪੋ ਬਹੁਤ ਵੱਡੀ ਸਾਡੇ ਲਈ ਮਾਰਗ ਦੇ ਉੱਤੇ ਪਹਿਲੀ ਸਾਡੀ ਸਿਚੁਏਸ਼ਨ। ਤੀਰਥ ਨਾਵਣ ਜਾਓ ਤੀਰਥ ਨਾਮ। ਇੱਥੇ ਹੁਣ ਅਸੀਂ ਨਾਮ ਦੀ ਥੋੜੀ ਡੈਫੀਨੇਸ਼ਨ ਸਮਝ ਲਈਏ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਇੱਥੇ ਨਾਮ ਵਰਡ ਨੂੰ ਰਿਪਲੇਸ ਕਰ ਦਿੱਤਾ ਸ਼ਬਦ ਵਿਚਾਰ ਅੰਤਰ ਗਿਆਨ। ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਇਹਦਾ ਮਤਲਬ ਜੋ ਨਾਮ ਹੈ ਉਹ ਸ਼ਬਦ ਦੀ ਵਿਚਾਰ ਹੈ ਔਰ ਡਿਵਾਈਨ ਕੁਆਲਿਟੀਜ਼ ਤੱਕ ਪਹੁੰਚਣ ਦੀ, ਵਿਜ਼ਡਮ ਤੱਕ ਪਹੁੰਚਣ ਦਾ ਗਿਆਨ ਹੀ ਨਾਮ ਹੈ।
ਉਹੀ ਸਾਨੂੰ ਦੱਸਣਗੀਆਂ ਵੈਲਿਊਜ਼ ਵਰਚੂਸ ਕੀ ਹੈ, ਉਸ ਤੋਂ ਹੀ ਅਸੀਂ ਜੀਵਨ ਨੂੰ ਬੇਸ ਬਣਾ ਕੇ ਕਿਰਤ ਕਰਨਾ, ਵੰਡ ਛਕਣਾ ਹੈ। ਤੋ ਸ਼ਬਦ ਦੀ ਵਿਚਾਰ ਔਰ ਅੰਤਰ ਦਾ ਗਿਆਨ ਹੈ। ਜਦੋਂ ਗਿਆਨ ਸਾਡੇ ਹੱਥ ਵਿਜ਼ਡਮ ਲੱਗੇਗਾ, ਮੂੰਹ ਚੋਂ ਅਚਾਨਕ ਵਾਹ ਗੁਰੂ ਨਿਕਲੇਗਾ, ਵਾਹ ਪਰਮਾਤਮਾ ਤੂੰ ਮੈਨੂੰ ਹਨੇਰੇ ਤੋਂ ਰੋਸ਼ਨੀ ਵੱਲ ਲੈ ਗਿਆ। ਸੋ ਇਹ ਇੱਕ ਬਹੁਤ ਕਨੈਕਟਡ ਜਿਹਾ ਹੈ, ਮਤਲਬ ਸਾਰਾ ਕੁਝ ਅਗਰ ਅਸੀਂ ਦੇਖਾਂਗੇ ਤੇ ਸੋ डिवाइन विजडम तक पहुंचना नाम है। इस लाइना दोनों ते बड़ी क्लियर है कि अगर मैं डिवाइन विजडम परमात्मा दी डिजाइन विजडम तक पहुंचा, मेरा परमात्मा नाल प्यार पै जाएगा। जितनी भी ਅਸੀਂ ਇੰਨੇ ਗੁਣ ਦੇਖਾਂਗੇ ਉਹਦੇ ਨਾਲ ਸਾਨੂੰ ਪਿਆਰ ਹੋ ਜਾਂਦਾ। ਸੋ ਇਹ ਪਿਆਰ ਬਣਿਆ ਰਵੇ, ਅਸੀਂ ਉਹਦੀ ਡਿਵਾਈਨ ਵਿਜ਼ਡਮ ਤੱਕ ਪਹੁੰਚ ਸਕੀਏ। ਸੋ ਜਰਨੀ ਆਫ ਐਨ ਐਕਸਪਲੋਰਰ ਜਾਂ ਸਿੱਖ ਦੀ ਕੀ ਜਰਨੀ ਹੈ? ਸ਼ਬਦ ਤੋਂ ਲੈਂਦਾ ਸਿੱਖ। ਸ਼ਬਦ ਪੂਰੇ ਦੇ ਪੂਰੇ 1429 ਅੰਕ ਜਿਤਨੇ ਵੀ ਹੈ ਉਹਨਾਂ ਵਿੱਚ ਸ਼ਬਦ ਦੇ ਵਿਚਕਾਰੋਂ ਹੁਕਮ ਨੂੰ ਲੱਭਣਾ, ਹੁਕਮ ਦੀ ਗਹਿਰਾਈ ਜਾ ਕੇ ਨਾਮ ਕਿੱਥੇ ਜਾ ਕੇ ਸਾਨੂੰ ਡਿਵਾਈਨ ਵਿਜ਼ਡਮ ਮਿਲੀ ਹੈ, ਔਰ ਉਹਨੂੰ ਆਹਿਸਤਾ ਆਹਿਸਤਾ ਇਕੱਠਾ ਕਰਕੇ ਅੰਮ੍ਰਿਤ ਦਾ ਭੰਡਾਰ ਬਣਾਉਣਾ। ਸੋ ਉਹ ਇੱਕ ਜਰਨੀ ਦਾ ਤਰੀਕਾ, ਮਤਲਬ ਇਹ ਵੀ ਰਿਪਰੈਜ਼ੈਂਟੇਸ਼ਨ ਦਾ ਤਰੀਕਾ ਹੈ ਕਿ ਸਾਡੀ ਜਰਨੀ ਦੇ ਵਿੱਚ ਇਹ ਵੀ ਸਾਰੇ ਪੜਾਅ ਨੇ। ਹਰ ਸ਼ਬਦ ਦੇ ਵਿੱਚ ਹੁਕਮ ਦੇ ਵਿੱਚ ਨਾਮ, ਨਾਮ ਤੋਂ ਅੰਮ੍ਰਿਤ, ਔਰ ਇਹ ਭੰਡਾਰ ਜਿਹੜਾ ਮੈਨੂੰ ਵੈਲਿਊਜ਼ ਵਰਚੂਜ਼ ਦਾ ਲੈ ਕੇ ਜੀਵਨ ਚ ਕਿਰਤ ਕਰਨੀ, ਵੰਡ ਛਕਣੀ ਹੈ। ਸੋ ਨਾਮ ਜੋ ਅਲਟੀਮੇਟ ਕੀਰਤਮ ਨਾਮ ਕਥੈ ਤੇਰੇ ਜੇਬਾ ਸਤ ਨਾਮ ਤੇਰਾ ਪਰਾ ਪੂਰਬਲਾ। कि परमात्मा जो तेरे कीर्तम नाम है, जो पर लोगों ने दिते हैं, जो तेरे किसी एक गुण ਨੂੰ ਦੱਸਦੇ ਆ, ਉਹ ਕੀਰਤਮ ਨਾਮ ਹੈ, ਜੋ परमात्मा ਦੀ ਇੱਕ ਕੁਆਲਿਟੀ ਨੂੰ ਰਿਫਲੈਕਟ ਕਰਦੇ ਨੇ। ਪਰ ਸਤ ਨਾਮ ਜੋ ਟਰੁੱਥ ਦੇ ਥਰੂ ਮਿਲਿਆ ਹੋਇਆ ਨਾਮ ਹੈ, ਜੋ ਸੱਚਾਈ ਤੱਕ ਪਹੁੰਚਣ ਤੋਂ ਬਾਅਦ ਮਿਲਿਆ ਨਾਮ ਹੈ परमात्मा, ਉਹੀ ਤੇਰਾ ਪ੍ਰਾਈਮਲ ਪਰਫੈਕਟ ਨਾਮ ਹੈ। ओरिजिनल परफेक्ट ना वही है जो मैनू सत तो मिलिया, और जो मैनू सत तो नाम मिलिया जो किसी होर नू मिलिया वो वखरे हो सकते हैं। ਅਸੀਂ ਉसी ਮਾਰਗ ਤੇ ਵੱਖਰੇ ਵੱਖਰੇ ਨਾਮ ਲੈ ਕੇ ਤੁਰ ਰਹੇ ਹੋ ਸਕਦੇ ਹਾਂ। ਸਾਡੇ ਐਕਸਪੀਰੀਐਂਸਸ ਵੱਖਰੇ ਹੋ ਸਕਦੇ ਨੇ। ਕਿਸੇ ਦੇ ਹੱਥ ਕਰੋੜਾਂ ਵਿੱਚ ਕੋਈ ਇੱਕ ਚੀਜ਼ ਲੱਗ ਗਈ, ਦੂਸਰੇ ਦੇ ਹੱਥ ਦੂਸਰੀ ਲੱਗ ਗਈ, ਪਰ ਉਹ ਦੋਨੋਂ ਹੀ ਸੱਤ ਹੋਣਗੇ। ਸੱਤ ਦੇ ਵਿੱਚੋਂ ਮਿਲਿਆ ਹੋਇਆ ਨਾਮ ਤੇਰਾ ਪਰਮਾਤਮਾ ਪਰਫੈਕਟ ਵੀ ਹੈ, ਕੰਪਲੀਟ ਹੈ, ਪ੍ਰਾਈਮਲ ਹੈ। ਸੋ ਇਹ ਸਾਨੂੰ ਸਮਝਣਾ ਬਹੁਤ ਜ਼ਰੂਰੀ ਹੈ। ਹੁਣ ਹੁੰਦਾ ਕੀ ਹੈ ਕਿ ਅਸੀਂ ਵਾਹਿਗੁਰੂ ਜਿਹੜਾ ਉਹ ਕੀਰਤਮ ਨਾਮ ਵੀ ਨਹੀਂ ਹੈ ਔਰ ਸਤਨਾਮ ਵੀ ਪੂਰੀ ਤਰ੍ਹਾਂ ਨਹੀਂ ਹੈ ਤੇ ਇਨਸਾਨ ਦਾ ਦਿੱਤਾ। ਕੀਰਤਮ ਨਾਮ ਪਰਮਾਤਮਾ ਦੇ ਇੱਕ ਗੁਣ ਨੂੰ ਦੱਸਦਾ ਹੈ, ਪਰ ਜੋ ਵਾਹਿਗੁਰੂ ਹੈ ਉਹ ਉਸ ਅਵਸਥਾ ਨੂੰ ਦੱਸਦਾ ਜਿੱਥੇ ਸਤ ਸਾਡੇ ਹੱਥ ਆਇਆ, ਜਿੱਥੇ ਟਰੁੱਥ ਸਾਨੂੰ ਮਿਲਿਆ। ਇਸ ਕਰਕੇ ਵਾਹਿਗੁਰੂ ਕਿਸੇ ਪਰਮਾਤਮਾ ਦੇ ਇੱਕ ਗੁਣ ਦੀ ਗੱਲ ਨਹੀਂ ਹੋ ਰਹੀ, ਇਹ ਸਟੇਟ ਦੀ ਗੱਲ ਹੋ ਰਹੀ, ਸਟੇਟ ਆਫ ਮਾਈਂਡ ਦੀ ਗੱਲ ਹੋ ਰਹੀ ਹੈ, ਜਿੱਥੇ ਸਾਨੂੰ ਨਾਮ ਸਾਡੇ ਹੱਥ ਲੱਗਿਆ। ਹੁਣ ਅਸੀਂ ਗੁਰੂ ਕਾ ਸ਼ਬਦ ਇੱਕ ਲੈਂਦੇ ਹਾਂ ਐਗਜ਼ਾਮਪਲ ਦੇ ਤੌਰ ਤੇ ਕਿ ਇਹ ਜੋ ਹੈ ਨਾ ਸਾਰੀ ਪ੍ਰੇਮ ਦੀ ਖੇਡ ਹੈ। ਗੁਰਮੁਖ ਹੱਸੈ ਗੁਰਮੁਖ ਰੋਵੈ, ਜੇ ਗੁਰਮੁਖ ਕਰੇ ਸਾਈ ਭਗਤ ਹੋਵੇ। ਜਦੋਂ ਪਰਮਾਤਮਾ ਨਾਲ ਪ੍ਰੇਮ ਹੈ ਤੇ ਇਮੋਸ਼ਨ ਵੀ ਹੋਣਗੇ, ਬਿਨਾਂ ਇਮੋਸ਼ਨ ਦੇ ਦੁਨੀਆ 'ਚ ਕੋਈ ਪ੍ਰੇਮ ਨਹੀਂ ਹੁੰਦਾ। ਤੇ ਗੁਰੂ ਸਾਹਿਬ ਕਹਿੰਦੇ ਨੇ ਗੁਰਮੁਖ ਹੱਸੈ ਗੁਰਮੁਖ ਰੋਵੇ, ਜੇ ਗੁਰਮੁਖ ਕਰੇ ਸਾਈ ਭਗਤ ਹੋਵੇ। ਉਹ ਜੇ ਗੁਰਮੁਖ ਕਰ ਰਿਹਾ ਤੇ ਉਹ ਭਗਤੀ ਹੀ ਹੈ, ਉਹ ਨਾਮ ਹੀ ਲੈ ਰਿਹਾ। ਇੱਥੇ ਅਸੀਂ ਦੇਖਾਂਗੇ ਭਾਵ ਆਇਆ, ਐਂਡ ਭਾਵ ਦਾ ਸਾਡਾ ਜੋ ਮਾਇਨੇ ਹੈ ਉਹ ਅਸੀਂ ਸਮਝਦੇ ਹਾਂ ਪ੍ਰੇਮ, ਵੇਦਨਾ, ਬਿਰਹਾ, ਸੰਤੋਖ, ਆਨੰਦ। ਦੇ ਸਾਰੇ ਸ਼ਬਦ ਤੁਹਾਨੂੰ ਬਾਣੀ 'ਚ ਮਿਲਣਗੇ। ਪ੍ਰੇਮ ਦੀ ਗੱਲ, ਵੇਦਨਾ ਦੀ ਗੱਲ, ਵਿਰਹਾ ਦੀ ਗੱਲ, ਕਿਸ ਤੜਫ ਹੈ, ਸਭ ਕੁਝ ਹੈ। ਸੰਤੋਖ ਵੀ ਹੈ, ਉਹ ਵੀ ਭਾਵ ਹੈ, ਆਨੰਦ ਵੀ ਹੈ। ਸੋ ਇਹ ਸਾਰੇ ਦੇ ਸਾਰੇ ਜਿਤਨੇ ਭਾਵ ਬਾਣੀ ਦੇ ਵਿੱਚ ਸਾਨੂੰ ਮਿਲ ਰਹੇ ਹਨ, ਉਸ ਭਾਵ ਦੇ ਆਲੇ ਦੁਆਲੇ ਗੁਰਮੁਖ ਹੱਸੈ ਗੁਰਮੁਖ ਰੋਵੇ। ਹੁਣ ਅਸੀਂ ਦੇਖੀਏ ਗੁਰਮੁਖ ਕੀ ਕਰ ਰਿਹਾ। ਸੋ ਸੁਣਨਾ, ਗਾਉਣਾ, ਆਰਾਧਨਾ, ਆਖਣਾ, ਮੰਨਣਾ, ਚੇਤਣਾ, ਜਪਣਾ, ਜਪਾਉਣਾ, ਸਲਾਹਣਾ, ਵਿਚਾਰਨਾ, ਧਿਆਉਣਾ। ਇਹ ਇੰਨਾ एक्चुअली ये लिमिटेड है, ये लिस्ट कंप्लीट नहीं है। मतलब जो आम प्रचलित वर्ड हैं वो यूज हुए हैं, ये बयानती वर्ड्स हैं। जो गुरमुख कुछ भी कर रहा होए, अगर उसदे च भाव परमात्मा दे प्रेम दा जुड़िया होया ते उहदे हथ नाम लगण दी बहुत ज्यादा संभावना है, क्योंकि इतने भाव दे विचकार कर रहा परमात्मा नाल नाम जुड़ रहा, और वो किथों आएगा? क्योंकि उन्होंने तत्त ज्ञान या विजडम शब्द तो मिलेगा। उस शब्द नूं लैके नाम, और उस तो बाद वो जो भी कर रहा है ਉਹਦੇ ਵਿਚਕਾਰ ਵੇਦਨਾ ਵੀ ਹੋ ਸਕਦੀ ਹੈ, ਬਿਰਹਾ ਵੀ, ਸੰਤੋਖ ਵੀ, ਆਨੰਦ ਵੀ। ਸੋ ਇਹ ਇੱਕ ਤਰ੍ਹਾਂ ਦਾ मतलब बहुत गहरा भाव है। जिन प्रेम कियो तिन ही प्रपावे पाए, या फिर जो तो प्रेम खिलन का चाहो। इस सारे दे सारे जिहड़े वर्ड है, प्रेम, वेदना, संतोख, आनंद, बिरहा, सारे ही प्रेम दे वर्ड है।
ਇਹ ਸਾਰੇ ਭਾਵ ਦੇ ਹੀ ਵਰਡ ਹੈ। ਇਸ ਭਾਵ ਦੇ ਵਿਚਕਾਰ ਪ੍ਰੇਮ ਹੀ ਪ੍ਰੇਮ ਹੈ। ਸੰਤੋਖ ਚ ਵੀ ਪ੍ਰੇਮ ਹੈ, ਬਿਰਹਾ ਚ ਵੀ ਪ੍ਰੇਮ ਹੈ, ਵੇਦਨਾ ਚ ਵੀ ਪ੍ਰੇਮ ਹੈ, ਆਨੰਦ ਵਿੱਚ ਵੀ ਪ੍ਰੇਮ ਹੈ, ਸਭ ਪ੍ਰੇਮ ਹੈ। ਪ੍ਰੇਮ ਦੀ ਸਾਰੀ ਕਹਾਣੀ ਹੈ। ਔਰ ਜੋ ਗੁਰਮੁਖ ਨੇ ਨਾਮ ਤੋਂ ਬਾਅਦ ਕੀਤਾ ਉਹ ਸਭ ਕੁਝ ਅੰਮ੍ਰਿਤ ਰੂਪ ਦੇ ਵਿੱਚ ਹੋ ਕੇ ਫਿਰ ਫਾਈਨਲੀ ਸਾਹਮਣੇ ਆ ਰਿਹਾ। ਸੋ ਇਹ ਪਰਫੈਕਟ ਕਨੈਕਟ ਆਫ ਲਾਈਫ ਐਂਡ ਪਰਪਸ ਜਿਹੜਾ ਹੈ ਉਹ ਨਾਮ ਹੈ। ਇਹਦੇ ਨਾਲ ਮੈਂ ਬਹੁਤ ਡਿਟੇਲ ਚ ਨਹੀਂ ਜਾਵਾਂਗਾ। ਨਾਮ ਨਾਲ ਸਾਨੂੰ ਕੀ ਕੁਝ ਮਿਲਦਾ ਹੈ। It establishes spiritual connect with Lord. It makes us feel His presence and command in anything and everything. ਸਾਨੂੰ ਹਰ ਜਗ੍ਹਾ ਤੇ ਮਹਿਸੂਸ ਹੁੰਦਾ ਹੈ। Reveals His innumerable power. ਇसी ਨਾਮ ਚੋਂ ਅਨੇਕਾਂ ਪਾਵਰਸ ਬਾਹਰ ਆਉਂਦੀਆਂ ਨਜ਼ਰ ਆ ਰਹੀਆਂ ਕਿ ਇਹ ਪਰਮਾਤਮਾ ਕਿੰਨੇ ਵੱਡੇ ਤੇਰੇ ਗੁਣ ਹਨ। So it guides us to listen to His command through our conscious. ਸਾਡੇ ਚੇਤਨ ਮਨ ਤੱਕ ਜਾ ਕੇ ਉਹਨੂੰ ਸੁਣਨ ਦੀ ਵੀ ਸਾਨੂੰ ਸક્ષਮ ਕਰਦਾ ਨਾਮ। ਇਹ ਸਾਡੇ 5 ਵਿਕਾਰਾਂ ਨੂੰ ਦੂਰ ਕਰਨ ਚ ਵੀ, ਸਫਾਈ ਕਰਨ ਚ ਵੀ ਹੈਲਪ ਕਰਦਾ ਹੈ। ਇਹ ਸਾਡੀ ਈਗੋ ਨੂੰ ਵੀ ਖਤਮ ਕਰਦਾ ਔਰ ਸਾਡੇ ਨਾਮ ਦੀ ਜਗ੍ਹਾ ਉਹਦਾ ਨਾਮ ਸਾਨੂੰ ਹਰ ਜਗ੍ਹਾ, ਜਿੱਥੇ ਅਸੀਂ ਆਪਣਾ ਨਾਮ ਹਰ ਜਗ੍ਹਾ ਜੋੜਦੇ ਹਾਂ, ਉਹਦਾ ਨਾਮ ਸਾਨੂੰ ਜੋੜਨਾ ਸ਼ੁਰੂ ਹੋ ਜਾਂਦਾ। ਐਂਡ ਫਾਈਨਲੀ ਇਟ ਸੈਟਲਸ ਡਾਊਨ ਐਸ ਸਾਊਂਡ ਵਿਦਿਨ ਅਸ। ਅਨਹਦ ਨਾਦ ਦੀ ਤਰ੍ਹਾਂ ਸਾਡੇ ਇੱਕ ਆਨੰਦਮਈ ਅਵਸਥਾ 'ਚ ਸਾਨੂੰ ਪੂਰੀ ਤਰ੍ਹਾਂ ਰੱਖਦਾ ਹੈ। ਸੋ ਇਹ ਸਾਨੂੰ ਨਾਮ ਦੇ ਥਰੂ ਇਤਨੀਆਂ ਸਭ ਕੁਝ ਗੁਣ ਪ੍ਰਾਪਤ, ਮਤਲਬ ਬਹੁਤ ਖਜ਼ਾਨਾ ਪ੍ਰਾਪਤ ਹੁੰਦਾ ਹੈ। ਸੋ ਇਹ ਇੱਕ ਅਸੀਂ ਇਸ ਤੋਂ ਬਾਅਦ ਹੁਣ ਕੁਐਸਚਨ ਇੱਕ ਹੈ ਉਹ ਲੈ ਕੇ ਚਲਦੇ ਹਾਂ ਕਿ ਵਾਈ ਡਸ ਗੌਡ, ਪਰਮਾਤਮਾ ਕਿਉਂ ਚਾਹੁੰਦਾ ਕਿ ਅਸੀਂ ਉਹਨੂੰ ਯਾਦ ਕਰਦੇ ਰਹੀਏ ਜਾਂ ਉਹਦਾ ਨਾਮ ਲਈਏ। ਸੋ ਐਕਚੁਅਲੀ ਨਾਮ ਲੈਣ ਵਾਸਤੇ ਪਰਮਾਤਮਾ ਦੀ ਗੱਲ ਨਹੀਂ ਹੈ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਇਤਨਾ ਵੱਡਾ ਕਰਮ ਹੋਣ ਤੋਂ ਬਾਅਦ ਪਰਮਾਤਮਾ ਨੂੰ ਤਿਲ ਵਰਗੀ ਵੀ ਸਾਡੇ ਤੋਂ ਕੋਈ ਖਾਹਿਸ਼ ਨਹੀਂ ਹੈ ਕਿ ਅਸੀਂ ਇਹ ਕਰੀਏ, ਉਹਦਾ ਨਾਮ ਜਪਦੇ ਰਹੀਏ, ਅਸੀਂ ਬਾਰ-ਬਾਰ ਉਹਨੂੰ ਰਟਨ ਦੀ ਤਰ੍ਹਾਂ ਬੋਲਦੇ ਰਹੀਏ ਜਾਂ ਕੁਝ। So his blessings are so abundant that there can be no account of them. The great giver does not expect seesame seed in return. Even इतना छोटा जो एक तिल दा दाना है ਉਹਦੇ ਬਰਾਬਰ ਵੀ ਕੋਈ ਚੀਜ਼ ਵਾਪਸ ਨਹੀਂ ਮੰਗ ਰਿਹਾ। ਇਹ ਕਹਾਣੀ ਕੀ ਹੈ? We chant or we understand his name to connect with him and acquire his qualities. Chant ਦਾ ਮਤਲਬ ਇੱਥੇ ਬਾਰ-ਬਾਰ ਬੋਲਣਾ ਨਹੀਂ ਹੈ, ਐਕਸਪੀਰੀਅੰਸ ਕਰਨਾ। The more we acquire those qualities, the more we can practice ਕਿ ਅਸੀਂ ਜੋ ਡਿਸਕਸ ਕੀਤਾ ਸੀ, ਕਿਰਤ ਕਰੋ ਔਰ ਵੰਡ ਛਕੋ। ਸੋ ਸਾਨੂੰ ਉਹ ਟਰੂਥ ਨਾਲ ਲੈ ਕੇ ਅੱਗੇ ਚੱਲਣ 'ਚ ਸਹਾਇਤਾ ਮਿਲਦੀ ਹੈ। ਜਿਵੇਂ ਕਿ ਇੱਕ ਫੁੱਲ ਦੀ ਕੋਈ ਖਾਹਿਸ਼ ਨਹੀਂ ਹੁੰਦੀ ਕਿ ਉਹਦੀ ਕੋਈ ਬਿਊਟੀ ਨੂੰ ਪ੍ਰੇਜ਼ ਕਰੇ, ਉਹ ਕੋਈ ਕਰੇ ਜਾਂ ਨਾ ਕਰੇ ਸਭ ਨੂੰ ਖੁਸ਼ਬੂ ਦਿੰਦਾ ਜਾਂਦਾ। ਪਰ ਜੋ ਫੁੱਲ ਦੀ ਖੁਸ਼ਬੂ ਦੀ ਪ੍ਰੇਜ਼ ਕਰਦੇ ਆ ਉਹਨਾਂ ਦੇ ਅੰਦਰ ਦੀਆਂ ਕੁਆਲਿਟੀਜ਼ ਜਾਗਦੀਆਂ। ਦੇਖੋ ਫੁੱਲ ਨੂੰ ਕੋਈ ਫਰਕ ਨਹੀਂ ਪੈ ਰਿਹਾ, ਤੁਸੀਂ ਉਹਨੂੰ ਚੰਗਾ ਕਹੋ ਮਾੜਾ ਕਹੋ, ਜੋ ਵੀ ਕਹਿਣਾ ਤੁਸੀਂ ਨਾ ਵੀ ਕਹੋ, ਪਰ ਉਹਦੀ ਖੁਸ਼ਬੂ ਆ ਰਹੀ ਹੈ। ਤੇ ਜੋ ਕਹਿ ਰਹੇ ਨੇ ਉਹਨਾਂ ਦੇ ਅੰਦਰ ਹਿਰਦੇ ਤੋਂ ਕੁਝ ਅੱਛੀਆਂ ਕੁਆਲਿਟੀਜ਼ ਜਾਗ ਰਹੀਆਂ। ਸੋ ਇਸ ਕਰਕੇ ਅਸੀਂ ਨਾਮ ਨਾਲ ਜੁੜਦੇ ਹਾਂ, ਪਰਮਾਤਮਾ ਦੀ ਅਸੀਂ ਉਸਤਤ ਵੀ ਕਰਦੇ ਹਾਂ, ਉਹਦੇ ਗੁਣਾਂ ਦਾ ਵੀ ਵਿਆਖਿਆਨ ਕਰਦੇ ਹਾਂ, ਗਾਉਂਦੇ ਵੀ ਹਾਂ, ਆਪਸ 'ਚ ਵੀ ਡਿਸਕਸ ਕਰਦੇ ਹਾਂ, ਸਿਰਫ ਇਸ ਲਈ ਕਿ ਸਾਡੇ ਲਈ ਹੋਰ ਜ਼ਿਆਦਾ ਉਹਦੇ ਲਈ ਪ੍ਰੇਮ ਜਾਗੇ ਔਰ ਸਾਡੇ ਦਿਲੋਂ ਦੀ ਉਹ ਇੱਕ ਨਾਮ ਦਾ ਖਜ਼ਾਨਾ ਜਿਹੜਾ ਹਮੇਸ਼ਾ ਭਰਪੂਰ ਰਹੇ। ਸੋ ਹੁਣ ਅਸੀਂ ਗੱਲ ਕਰਾਂਗੇ ਕਿਰਤ ਕਰੋ ਵੰਡ ਛਕੋ ਦੀ। ਤੋ ਸਚਿਆਰ ਜੀਵਨ ਦੇ ਵਿੱਚ ਅਸੀਂ ਜੋ ਪਹਿਲੇ ਡਿਸਕਸ ਕੀਤਾ ਸੀ ਕਿ ਸਤਨਾਮ ਇਹ ਹੈ ਕਰਤਾ ਪੁਰਖ ਦੇ 2 ਗੁਣ ਜੋ ਗੁਰੂ ਸਾਹਿਬ ਨੇ ਡਿਵਾਈਨ ਕੁਆਲਿਟੀਜ਼ ਨਿਰਭਉ ਨਿਰਵੈਰ ਲਿਖੇ ਹੈ, ਇਹਨਾਂ ਨੂੰ ਅਸੀਂ ਥੋੜਾ ਜਿਹਾ ਡਿਸਕਸ ਕਰਾਂਗੇ। ਤੋ ਸਚਿਆਰ ਰਹਿਣੀ ਦੇ ਵਿੱਚ ਅਸੀਂ ਹੁਣ ਗੱਲ ਕਰੀਏ ਸਤਨਾਮ ਨਿਰਭਉ ਨਿਰਵੈਰ ਚੋਂ ਨਿਰਭਉ ਜਾਂ ਵਰਚੂ ਸਿਸਟਮ ਦੀ। ਤੋ ਜੋ ਵਰਚੂ ਸਿਸਟਮ ਹੈ ਪਰਮਾਤਮਾ ਦਾ, ਜਿਹਨੂੰ ਅਸੀਂ ਵਰਚੂਅਸ ਕਹਿੰਦੇ ਹਾਂ, ਚੰਗਿਆਈਆਂ ਕਹਿੰਦੇ ਹਾਂ, ਚੰਗਿਆਈਆਂ ਬੁਰੀਆਈਆਂ ਵਾਚੇ ਧਰਮ ਹਦੂਰ ਕਿਹਾ ਜਿੱਥੇ, ਉਹਦੇ ਵਿਚਕਾਰ ਉਹ ਸਾਡੀ ਰੈਪੂਟੇਸ਼ਨ ਔਰ ਕ੍ਰੈਡੀਬਿਲਿਟੀ ਨੂੰ ਰਿਫਲੈਕਟ ਕਰਦੀਆਂ। ਤੇ ਦੇਖੀਏ ਕਿ ਵਰਚੂ ਸਿਸਟਮ ਦਾ ਉਹਨਾਂ ਬੇਅੰਤ ਗੁਣਾਂ ਚੋਂ ਕੁਝ ਕੁ ਗੁਣ ਜੋ ਅਸੀਂ ਜੀਵਨ ਦੇ ਵਿੱਚ ਸਮਝਦੇ ਹਾਂ, ਕੁਝ ਤੇ ਐਸੇ ਗੁਣ ਨੇ ਜਿਹੜੇ ਅਸੀਂ ਕਦੀ ਸਮਝ ਵੀ ਨਹੀਂ ਪਾਵਾਂਗੇ, ਪਰ ਜੋ ਥੋੜੇ ਬਹੁਤ ਅਸੀਂ ਆਮ ਜੀਵਨ ਵਿੱਚ ਸਮਝਦੇ ਹਾਂ ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਲੈ ਕੇ ਚੱਲਣਾ ਹੈ। ਇਹਦੇ ਲਈ ਇੱਕ ਇਨਸਾਨ ਦੇ ਵਿੱਚ 3 ਚੀਜ਼ਾਂ ਹੋਣੀਆਂ ਜ਼ਰੂਰੀ ਹੈ। ਸੌਰੀ ਮੈਂ ਨਿਰਭਉ, ਮੈਂ ਤੁਹਾਨੂੰ ਵਰਡ ਸ਼ਾਇਦ ਚੰਗਿਆਈਆਂ ਕਹਿ ਗਿਆ, ਚੰਗਿਆਈਆਂ ਨਹੀਂ, ਵਰਚੂ ਸਿਸਟਮ ਹੈ ਗੁਣ ਵਾਲਾ ਨਿਰਭਉ। ਨਿਰਵੈਰ ਇਜ਼ ਵੈਲਿਊ ਸਿਸਟਮ। ਸੋ ਵੀ ਆਰ ਡਿਸਕਸਿੰਗ ਵਰਚੂ ਸਿਸਟਮ। ਵਰਚੂ ਮਤਲਬ ਗੁਣ, ਜਿਨ੍ਹਾਂ ਗੁਣਾਂ ਨੇ ਵੈਲਿਊਜ਼ ਨੂੰ ਪ੍ਰੈਕਟਿਸ 'ਚ ਲੈ ਕੇ ਆਉਣਾ। ਸੋ ਵਰਚੂ ਸਿਸਟਮ ਦੇ ਵਾਸਤੇ 3 ਬੇਸਿਕ ਰਿਕੁਆਇਰਮੈਂਟ ਨੇ ਇਨਸਾਨ ਦੀਆਂ, ਫਾਇਰ, ਫੇਥ ਐਂਡ ਫੋਕਸ। ਫਾਇਰ ਮਤਲਬ ਜਨੂਨ, ਜਿਹਨੂੰ ਪੈਸ਼ਨ ਕਹਿੰਦੇ ਨੇ,
ਜੋ ਅਸੀਂ ਕਿਰਤ ਕਰੋ ਚ ਵੀ ਕਿਹਾ ਸੀ ਕਿ ਕੋਈ ਸੁਸਤ ਜਿਹਾ ਇਨਸਾਨ ਨਹੀਂ ਹੋ ਸਕਦਾ ਕਿਰਤ ਕਰਨ ਵਾਲਾ, ਜਾਂ ਟਾਲਣ ਵਾਲਾ ਇਨਸਾਨ ਨਹੀਂ ਹੈ, ਜਾਂ ਡਿਟਰਮਿਨਡ ਨਹੀਂ ਹੈ, ਐਸਾ ਨਹੀਂ ਹੋ ਸਕਦਾ। ਫੇਥ ਮਤਲਬ ਆਪਣੇ ਤੇ ਕੌਨਫੀਡੈਂਸ ਵੀ ਉਹਨੂੰ ਹੋਣਾ ਚਾਹੀਦਾ, ਔਰ ਉਹਦਾ ਜੋ ਵੀ ਕੰਮ ਕਰ ਰਿਹਾ ਉਹਦੇ ਚ ਉਹਦੀ ਅਟੈਂਟਿਵਨੈਸ, ਇਕਾਗਰਤਾ ਦਾ ਵੀ ਚਾਹੀਦੀ ਹੈ। ਸੋ ਇਹਨਾਂ ਨੂੰ ਅਗਰ ਅਸੀਂ ਐਕਸਪੈਂਡ ਕਰੀਏ ਤੇ ਪੈਸ਼ਨ ਦਾ ਮਤਲਬ ਹੈ ਪਹਿਲ ਲੈਣਾ ਜਾਂ ਇਨੀਸ਼ੀਏਟਿਵ ਲੈਣਾ, ਸਕਾਰਾਤਮਕਤਾ ਹੋਣਾ, ਆਪਟਿਮਿਜ਼ਮ ਐਂਡ ਪੋਜ਼ਿਟਿਵਿਟੀ ਹੋਣਾ, ਡਿਟਰਮੀਨੇਸ਼ਨ ਹੋਣਾ, ਔਰ ਦਲੇਰੀ, ਔਡੇਸ਼ੀਅਸ ਹੋਣਾ, ਦਲੇਰ ਬੰਦਾ ਚਾਹੀਦਾ। ਤੇ ਸਾਨੂੰ, ਮੈਨੂੰ ਦੱਸਣ ਦੀ ਲੋੜ ਨਹੀਂ, ਸਾਡੇ ਕੋਲ ਪੂਰਾ ਇਤਿਹਾਸ ਹੈ। ਇਹ ਜਿਤਨੇ ਵੀ ਮੈਂ ਨੀਚੇ ਇਸ ਟਾਈਮ ਤੁਹਾਨੂੰ ਬਲੌਕ ਐਕਸਪੈਂਡ ਕਰ ਰਿਹਾ, ਇਹਨਾਂ ਸਾਰਿਆਂ ਦੇ ਵਾਸਤੇ ਗੁਰਬਾਣੀ ਸ਼ਬਦ ਨੇ ਜੋ ਸਾਡੇ ਮੋਡਿਊਲ 6 ਐਂਡ 7 ਚ ਕਵਰ ਹੁੰਦੇ, ਉਹ ਅਸੀਂ ਅੱਜ ਨਹੀਂ ਕਵਰ ਕਰ ਰਹੇ। ਅੱਜ ਅਸੀਂ ਸਿਰਫ ਮਾਡਲ ਦੀ ਗੱਲ ਕਰ ਰਹੇ ਹਾਂ। ਉਹ ਮੋਡਿਊਲ 6 ਔਰ ਮੋਡਿਊਲ 7 ਚ ਇਹਨਾਂ ਨਾਲ ਇਨੀਸ਼ੀਏਟਿਵ ਨਾਲ ਰਿਲੇਟਡ ਕਿਹੜਾ ਸ਼ਬਦ ਹੈ, ਪੋਜ਼ਿਟਿਵਿਟੀ ਨਾਲ, ਡਿਟਰਮੀਨੇਸ਼ਨ ਨਾਲ, ਸਾਰੇ ਸ਼ਬਦ ਗੁਰਬਾਣੀ ਇੱਥੇ ਨਹੀਂ ਲਿਖੀ ਗਈ ਜਿਹਦੇ ਬਾਣੀ ਆਈ ਹੋਏ ਜਾਂ ਫਿਰ ਗੁਰੂ ਸਾਹਿਬਾਨ ਨੇ ਆਪਣੇ ਜੀਵਨ 'ਚ ਪ੍ਰੈਕਟਿਸ ਨਾ ਕੀਤੀ ਹੋਏ। ਇਹ ਦੋਨੋਂ ਚੀਜ਼ਾਂ ਸਾਡੇ ਸਾਹਮਣੇ ਹੈ ਨੇ। ਇਹ ਚੀਜ਼ਾਂ ਗੁਰੂ ਸਾਹਿਬ ਨੇ ਆਪ ਕਰਕੇ ਦਿਖਾਈਆਂ, ਔਰ ਗੁਰਬਾਣੀ ਦੇ ਵਿੱਚ ਉਹਦਾ ਪੂਰਾ ਸਾਡਾ ਜ਼ਿਕਰ ਆਉਂਦਾ ਉਹਨਾਂ ਸ਼ਬਦਾਂ ਦਾ ਜਿੱਥੋਂ ਸਾਨੂੰ ਇਹ ਸੇਧ ਮਿਲਦੀ। ਸੋ ਪੈਸ਼ਨ ਉਹਦੇ 'ਚ ਹੋਏਗਾ ਜਿਹਦੇ 'ਚ ਕੁਆਲਿਟੀਆਂ ਹੋਣਗੀਆਂ, ਸੈਲਫ ਕੌਨਫੀਡੈਂਸ ਉਹਦੇ 'ਚ ਹੋਏਗਾ ਜਿਹਦਾ ਆਚਰਣ ਹੋਏਗਾ, ਜਿਹਦੇ 'ਚ ਸਿਆਣਪਾਂ, ਵਿਜ਼ਡਮ ਹੋਣਗੀਆਂ, ਡਿਵਾਈਨ ਵਿਜ਼ਡਮ ਕੁਆਲਿਟੀਆਂ ਤੋਂ ਲੈਣਾ, ਸੈਲਫ ਰਿਸਪੈਕਟ ਹੋਏਗੀ, ਕ੍ਰੀਏਟੀਵਿਟੀ ਹੋਏਗੀ, ਕਿਸ ਤਰ੍ਹਾਂ ਚੀਜ਼ਾਂ ਨੂੰ ਬੈਟਰ ਕਰਨਾ, ਸੋਚਣਾ, ਐਂਡ ਕੰਪੀਟੈਂਸ ਬਿਲਡਿੰਗ, ਆਪਣੀ ਯੋਗਤਾ ਨੂੰ ਵਧਾਉਣਾ। ਔਰ ਯੋਗਤਾ ਨੂੰ ਵਧਾਉਣ ਲਈ ਨੌਲੇਜ ਔਰ ਸਕਿੱਲਸ ਜਿਹੜੀਆਂ, ਗਿਆਨ ਔਰ ਆਪਣੀ ਜੋ ਯੋਗਤਾ ਹੈ, ਸਕਿੱਲ ਜਿਹਨੂੰ ਅਸੀਂ ਕਹਿੰਦੇ ਆ ਆਪਣਾ ਹੁਨਰ, ਸੋ ਹੁਨਰ ਵੀ ਹੋਣਾ ਚਾਹੀਦਾ, ਕਮਿਊਨੀਕੇਸ਼ਨ ਵੀ ਆਣੀ ਚਾਹੀਦੀ ਹੈ, ਗੱਲ ਕਰਨਾ ਆਣਾ ਚਾਹੀਦਾ, ਸੁਣਨਾ ਵੀ ਆਣਾ ਚਾਹੀਦਾ। ਸੋ ਇਹ ਕੰਪੀਟੈਂਸ ਬਿਲਡਿੰਗ ਦੇ 4 ਅੱਗੇ ਸਬ ਹੈਡਿੰਗਸ ਹੈ। ਸੋ ਇਹ ਸਾਰੀਆਂ ਦੀਆਂ ਸਾਰੀਆਂ ਗੱਲਾਂ ਬਾਰੇ ਬਾਣੀ ਦੇ ਵਿਚਕਾਰ ਜ਼ਿਕਰ ਆਇਆ, ਔਰ ਇਹ ਸਾਰੀਆਂ ਕੁਆਲਿਟੀ ਸਾਡਾ ਸੈਲਫ ਕੌਨਫੀਡੈਂਸ ਬਣਾਉਂਦੀਆਂ। ਤੁਸੀਂ ਇੱਕ ਵੀ ਚੀਜ਼ ਇਹਨਾਂ ਚੋਂ ਹਟਾ ਕੇ ਦੇਖੋ, ਲੱਗੇਗਾ ਹਾਂ ਸੈਲਫ ਕੌਨਫੀਡੈਂਸ ਤੇ ਨਹੀਂ ਹੋਏਗਾ। ਅਗਰ ਬੰਦਾ ਕੰਪੀਟੈਂਟ ਹੀ ਨਹੀਂ ਹੈ, ਉਹਦੀ ਨੌਲੇਜ ਨਹੀਂ ਹੈ, ਉਹਦਾ ਗਿਆਨ ਨਹੀਂ ਹੈ, ਕੀ ਉਹਦਾ ਕੌਨਫੀਡੈਂਸ ਹੋਏਗਾ? ਸੋ ਇਹ ਜੋ ਸੈਲਫ ਕੌਨਫੀਡੈਂਸ ਹੈ, ਅਗਰ ਉਹਦਾ ਕਰੈਕਟਰ ਨਹੀਂ ਹੈ ਤਾਂ ਉਹਨੂੰ ਕੀ ਕੌਨਫੀਡੈਂਸ ਹੋਏਗਾ? ਸੋ ਆਪਣਾ ਸੈਲਫ ਕੌਨਫੀਡੈਂਸ ਲੂਜ਼ ਕਰ ਜਾਏਗਾ। ਸੋ ਇਸੇ ਤਰ੍ਹਾਂ ਇਕਾਗਰਤਾ ਦੀ ਗੱਲ ਹੈ, ਅਟੈਂਟਿਵਨੈਸ ਦੇ ਵਿਚਕਾਰ, ਅੱਛਾ ਇਹ ਜੋ ਹੈ ਸਾਡੀਆਂ ਕੈਪੇਬਿਲਿਟੀ ਨੂੰ ਵੀ ਰਿਫਲੈਕਟ ਕਰਦਾ। ਜਸਟ ਇੱਕ ਪੁਆਇੰਟ ਰਹਿ ਗਿਆ ਸੀ। ਸੋ ਇਕਾਗਰਤਾ ਤਾਂ ਹੁੰਦੀ ਹੈ ਜੇ ਅਸੀਂ ਸਿੰਪਲ ਜੀਵਨ ਜੀਏ, ਅਗਰ ਕੰਪਲੈਕਸ ਜੀਵਨ ਜੀਵਾਂਗੇ ਤੇ ਨਹੀਂ। ਕਲੀਨਲੀਨੈਸ, ਸਫਾਈ ਵਰਤੀ ਹੈ, ਕੰਸਨਟ੍ਰੇਸ਼ਨ, ਇਹ ਕੰਸਨਟ੍ਰੇਸ਼ਨ ਅਟੈਂਟਿਵਨੈਸ ਤੋਂ ਥੋੜੀ ਵੱਖਰੀ ਹੈ, ਔਰ ਅੱਗੇ ਉਹਦਾ ਨੈਕਸਟ ਮੋਡਿਊਲ ਚ ਐਕਸਪਲੇਨੇਸ਼ਨ ਹੈ। ਟੋਲਰੈਂਸ, ਜਿਹੜਾ ਬੰਦਾ ਟੋਲਰੈਂਟ ਨਹੀਂ, ਉਹ ਗੁੱਸਾ ਖਾ ਜਾਏਗਾ, ਉਹਦਾ ਫੋਕਸ ਹਟ ਜਾਏਗਾ, ਉਹ ਇਕਾਗਰ ਨਹੀਂ ਹੋ ਸਕਦਾ। ਜਿਹੜੇ ਬੰਦੇ ਟੋਲਰੇਟ ਨਹੀਂ ਕਰਦੇ ਉਹ ਫਿਰ ਇਕਾਗਰ ਵੀ ਨਹੀਂ ਹੁੰਦੇ। ਸੈਲਫ ਅਵੇਅਰਨੈਸ, ਆਪਣੀ ਜਾਣਕਾਰੀ ਹੋਣੀ ਚਾਹੀਦੀ ਹੈ, ਮੇਰੀਆਂ ਕੀ ਲਿਮਿਟਸ ਹੈ, ਕੀ ਨਹੀਂ ਹੈ। ਅਨੁਸ਼ਾਸਨ, ਡਿਸਪਲਿਨ ਚਾਹੀਦਾ, ਤਾਂ ਹੀ ਫੋਕਸ ਹੋਏਗਾ। ਸਰੀਰਕ, ਮਾਨਸਿਕ ਅਤੇ ਮਨੋਵਿਗਿਆਨਿਕ ਤਾਕਤ ਤੇ ਸਟਰੈਂਥ ਚਾਹੀਦੀਆਂ, ਔਰ ਟਾਈਮ ਮੈਨੇਜਮੈਂਟ, ਇਹ ਸਭ ਚੀਜ਼ਾਂ ਹੋਣ ਨਾਲ ਹੀ ਇਨਸਾਨ ਫੋਕਸ ਕਰ ਸਕਦਾ ਇਹਨਾਂ ਤਿੰਨਾਂ ਚੀਜ਼ਾਂ ਨੂੰ। ਤੁਸੀਂ ਦੇਖੋ ਇੱਥੇ ਕਰੀਬ ਜੋ ਵੀ ਹੈ, ਅਸੀਂ ਕਰੀਬ 18-20 ਕੁਆਲਿਟੀਜ਼ ਲਿਖੀਆਂ ਹੋਣਗੀਆਂ, 20-22 ਕੁਆਲਿਟੀਜ਼ ਜਿਹੜੀਆਂ ਹੋਣੀਆਂ ਚਾਹੀਦੀਆਂ, ਪਰ ਸੱਚਾਈ ਹੈ ਕਿ ਉਹ ਬੇਅੰਤ ਨੇ। ਇਹ ਉਹ ਨੇ ਜਿਹੜੀਆਂ ਅਸੀਂ ਆਮ ਜੀਵਨ ਦੇ ਵਿਚਕਾਰ ਜਿਨ੍ਹਾਂ ਵਰਡਸ ਨੂੰ ਯੂਜ਼ ਕਰਦੇ ਹਾਂ। ਨਿਰਭਉ ਹੋਣ ਲਈ, ਇਹ ਜਿਹੜੀਆਂ ਵੀ ਕੁਆਲਿਟੀਜ਼ ਜਿਸ ਮਨੁੱਖ 'ਚ ਨੇ, ਉਹ ਨਿਰਭਉ ਹੋਣ ਦੀ ਅਵਸਥਾ 'ਚ ਜਾ ਰਿਹਾ ਹੈ। ਉਹਦੇ ਡਰ ਸਾਰੇ ਖਤਮ ਹੋ ਰਹੇ ਆ, ਉਹਦਾ ਕਰੈਕਟਰ ਹੈ, ਉਹਨੂੰ ਨੌਲੇਜ ਹੈ, ਉਹਦੀ ਡਿਟਰਮੀਨੇਸ਼ਨ ਹੈ, ਉਹਦੇ ਟੋਲਰੈਂਸ ਹੈ, ਸਭ ਕੁਝ ਹੈ, ਉਹਦਾ ਡਰ ਖਤਮ ਹੁੰਦਾ ਜਾ ਰਿਹਾ ਸੀ, ਉਹ ਨਿਰਭਉ ਦੀ ਅਵਸਥਾ ਜਾ ਰਿਹਾ। ਨਿਰਭਉ ਹੋਣ ਲਈ ਇੱਕ ਹੋਰ ਵੀ ਐਸਪੈਕਟ ਨੇ ਜੋ ਅਸੀਂ ਸੈਪਰੇਟਲੀ ਬਹੁਤ ਇੱਕ ਪੂਰਾ ਚੈਪਟਰ ਐਜ਼ ਅ ਸੈਪਰੇਟ ਕਵਰ ਕੀਤਾ, ਪਰ ਇਹ ਸਾਰੀਆਂ ਕੁਆਲਿਟੀਜ਼ ਹੋਣਗੀਆਂ ਤਾਂ ਇਨਸਾਨ ਨਿਰਭਉ ਹੁੰਦਾ ਚਲਾ ਜਾਏਗਾ। ਹੁਣ ਅਸੀਂ ਗੱਲ ਕਰਾਂਗੇ ਟਰੂਥਫੁਲ ਲਿਵਿੰਗ ਦੇ ਜੋ ਨੈਕਸਟ ਐਸਪੈਕਟ ਹੈ, ਉਹ ਹੈ ਨਿਰਵੈਰ ਦੀ। ਸੋ ਨਿਰਭਉ ਨੂੰ ਅਸੀਂ ਇੱਥੇ ਲਿਖਿਆ ਨਿਰਵੈਰ ਵਿਚਕਾਰ ਲੈ ਆਏ ਹਾਂ, ਦਾ ਵੈਲਿਊ ਸਿਸਟਮ ਜਾਂ ਚੰਗਿਆਈਆਂ। ਸੋ ਚੰਗਿਆਈਆਂ ਲਈ ਸਾਨੂੰ ਦੱਸਿਆ ਕਿ ਅਡਾਪਟ ਇਮੀਡੀਏਟਲੀ ਕਰ ਸਕਦੇ ਹਾਂ, ਪਰ ਪ੍ਰੈਕਟਿਸ ਕਰਨ ਲਈ ਸਾਨੂੰ ਗੁਣਾਂ ਦੀ ਲੋੜ ਹੈ। ਚੰਗਿਆਈਆਂ ਆਪਣੇ ਆਪ ਚੰਗਿਆਈਆਂ ਦਾ ਕੋਈ ਫਾਇਦਾ ਨਹੀਂ ਅਗਰ ਸਿਰਫ ਸਾਡੇ ਚੰਗਿਆਈਆਂ ਪਰ ਅਸੀਂ ਉਹਨਾਂ ਨੂੰ ਪ੍ਰੈਕਟਿਸ ਨਹੀਂ ਕਰ ਰਹੇ, ਔਰ ਪ੍ਰੈਕਟਿਸ ਕਰਨ ਲਈ ਨਿਰਭਉ ਹੋਣਾ ਜਾਂ ਵਰਚੂ ਸਿਸਟਮ ਦਾ ਹੋਣਾ ਜ਼ਰੂਰੀ ਹੈ। ਸੋ ਨਿਰਵੈਰ ਹੋਣ ਲਈ ਜ਼ਰੂਰੀ ਹੈ ਅਸੀਂ ਪਰਮਾਤਮਾ ਦੀ ਕੁਦਰਤ ਨਾਲ ਪਿਆਰ ਕਰੀਏ, ਔਰ ਪਰਮਾਤਮਾ ਦੇ ਜੀਵਾਂ ਨਾਲ ਵੀ ਪਿਆਰ ਕਰੀਏ। ਔਰ ਇਹ ਪ੍ਰੇਮ ਦੀ ਕਹਾਣੀ ਹੈ ਸਾਰੀ, ਤੇ ਪ੍ਰੇਮ ਤੋਂ ਸ਼ੁਰੂਆਤ ਹੁੰਦੀ ਹੈ।
ਅੱਗੇ ਅਸੀਂ ਕਿਉਂਕਿ ਅਸੀਂ ਸਾਰਾ ਲਵ ਨਾਲ ਹੀ ਕਨੈਕਟ ਹੈ, ਪਰਮਾਤਮਾ ਨਾਲ, ਪ੍ਰੇਮ ਨਾਲ ਕਨੈਕਟ ਹੈ। ਅਸੀਂ ਜੋ ਜੀਵਨ ਲਈ ਪਿਆਰ ਹੈ ਉਹ ਤਿੰਨ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ। ਇੱਕ ਤੇ ਜ਼ਿੰਦਗੀ ਦੀ ਸੁਰੱਖਿਆ, ਸੇਫਟੀ ਆਫ ਲਾਈਫ। ਦੂਸਰਾ ਹੈ ਯੂਨੀਵਰਸਲ ਬ੍ਰਦਰਹੁੱਡ, ਵਿਸ਼ਵਵਿਆਪੀ ਭਾਈਚਾਰਾ, ਜਾਂ ਪ੍ਰੋਟੈਕਸ਼ਨ ਆਫ ਰਾਈਟਸ। ਇਹ ਤਿੰਨ ਚੀਜ਼ਾਂ ਹੋਣ ਤੇ ਅਸੀਂ ਕਹਿ ਸਕਦੇ ਹਾਂ ਅਸੀਂ ਕ੍ਰੀਚਰਸ ਨਾਲ ਪਿਆਰ ਕਰ ਰਹੇ ਹਾਂ। ਹੁਣ ਅਸੀਂ ਇਹ ਦੇਖਾਂਗੇ ਕਿ ਇਹ ਵੈਲਿਊਜ਼ ਜਦੋਂ ਅਸੀਂ ਐਕਸਪੈਂਡ ਕਰਦੇ ਹਾਂ ਤੇ ਸਾਡੇ ਸਾਹਮਣੇ ਕੀ ਪਿਕਚਰ ਐਮਰਜ ਹੁੰਦੀ। ਜੋ ਲਵ ਫਾਰ ਨੇਚਰ ਹੈ ਉਹ ਹਵਾ, ਪਾਣੀ, ਧਰਤੀ ਤਿੰਨਾਂ ਨੂੰ, ਜਿਵੇਂ ਪਵਨ ਗੁਰੂ ਪਾਣੀ ਪਿਤਾ ਹੈ, ਉਹ ਨੇਚਰ ਨਾਲ ਪ੍ਰੇਮ ਤਾਂ ਹੀ ਹੋਏਗਾ ਜੇ ਅਸੀਂ ਤਿੰਨਾਂ ਦੀ ਸੰਭਾਲ ਹੈ। ਅਸੀਂ ਇਹਨਾਂ ਤਿੰਨਾਂ ਨਾਲ ਪ੍ਰੇਮ ਕਰਾਂਗੇ, ਇਹਨਾਂ ਤਿੰਨਾਂ ਦੇ ਵਾਸਤੇ ਧਿਆਨ ਰੱਖਾਂਗੇ, ਇਹਨਾਂ ਨੂੰ ਹੋਰ ਬੈਟਰ ਕਰਨ ਦੀ ਕੋਸ਼ਿਸ਼ ਕਰਾਂਗੇ, ਤਾਂ ਹੀ ਲਵ ਫਾਰ ਨੇਚਰ ਹੋਏਗਾ। ਉਹ ਤਾਂ ਹੀ ਮੇਰੇ ਨਿਰਵੈਰਤਾ ਦਾ ਗੁਣ ਹੈ ਕਿ ਮੈਨੂੰ ਨੇਚਰ ਨਾਲ ਕੋਈ ਵੈਰ ਨਹੀਂ ਹੈ। ਤੇ ਤੁਸੀਂ ਦੇਖੋਗੇ ਆਹਿਸਤਾ ਆਹਿਸਤਾ ਕੋਈ ਵੀ ਇਹਨਾਂ ਚ ਗੁਣ ਉਠਾਓਗੇ ਉਹ ਨਿਰਵੈਰ ਤੇ ਜਾ ਕੇ ਰੁਕੇਗਾ, ਕਿ ਅਲਟੀਮੇਟਲੀ ਉਹ ਨਿਰਵੈਰਤਾ ਦਾ ਹੀ ਗੁਣ ਹੈ। ਹੁਣ ਅਸੀਂ ਗੱਲ ਕਰੀਏ ਸੇਫਟੀ ਆਫ ਲਾਈਫ, ਆਪਣੇ ਆਪ ਚ ਕੰਪਲੀਟ ਹੈ, ਇਹਨੂੰ ਕੋਈ ਫਰਦਰ ਕਹਿਣ ਦੀ ਲੋੜ ਨਹੀਂ, ਦੱਸਣ ਦੀ ਲੋੜ ਨਹੀਂ। ਪਰ ਯੂਨੀਵਰਸਲ ਬ੍ਰਦਰਹੁੱਡ ਦੇ ਵਿੱਚ ਤਿੰਨ ਚੀਜ਼ਾਂ ਸਾਹਮਣੇ ਹੋਣੀਆਂ ਚਾਹੀਦੀਆਂ ਤਾਂ ਆਪਸ ਪ੍ਰੇਮ ਹੁੰਦਾ ਹੈ। ਇੱਕ ਤੇ ਵੈਸੇ ਪਿਆਰ ਜਿਹਨੂੰ ਐਕਸਪ੍ਰੈਸ ਕਰਦੇ ਹਾਂ, ਦੂਸਰੀ ਸੇਵਾ, ਔਰ ਤੀਸਰਾ ਕੋਹੀਜ਼ਨ, ਕਿ ਆਪਸ ਦੇ ਵਿੱਚ ਸਾਮੰਜਸ ਹੋਏ, ਆਪਸ ਮਿਲ ਬੈਠ ਸਕੀਏ। ਸੋ ਜਿੱਥੇ ਪ੍ਰੇਮ ਹੋਏਗਾ ਉੱਥੇ ਫॉरगेटनेस ਐਂਡ ਪੀਸ ਹੋਏਗੀ। ਭੁੱਲ ਗਏ ਹੋਇਆ ਕਿਸੇ ਕੋਲ ਕੁਝ ਹੋ ਗਈ ਗਲਤੀ ਤੇ ਕੋਈ ਐਸੀ ਹੋਈ ਨਹੀਂ, ਅਸੀਂ ਅੱਗੇ ਚੱਲ ਪਈ। ਕੰਪੈਸ਼ਨ, ਦਇਆ ਹੋਏਗੀ, ਹਿਊਮਿਲਿਟੀ ਹੋਏਗੀ, ਐਮਪੈਥੀ, ਹਮਦਰਦੀ ਹੋਏਗੀ, ਨਿਮਾਣਾਪਨ ਹੋਏਗਾ, ਉਹ ਸਭ ਪ੍ਰੇਮ ਦਿਖਾਣਗੇ। ਜੇ ਮੇਰੇ ਚ ਮੰਨ ਲਓ ਨਿਮਾਣਾਪਨ ਨਹੀਂ ਹੈ ਤੇ ਪ੍ਰੇਮ ਨਹੀਂ ਹੋਏਗਾ ਕਿਸੇ ਨਾਲ। ਜੇ ਪ੍ਰੇਮ ਨਹੀਂ ਹੋਏਗਾ ਤੇ ਯੂਨੀਵਰਸਲ ਬ੍ਰਦਰਹੁੱਡ ਨਹੀਂ ਹੋਏਗੀ, ਉਹ ਨਹੀਂ ਹੋਏਗਾ ਤੇ ਮੈਂ ਨਿਰਵੈਰ ਵੀ ਨਹੀਂ ਹੋਵਾਂਗਾ। ਸੋ ਸਭ ਲਿੰਕ ਬਣ ਜਾਏਗਾ ਤਾਂ ਕਿ ਸਾਨੂੰ ਨਿਰਵੈਰ ਵੱਲ ਲੈ ਕੇ ਜਾ ਰਿਹਾ ਹੋ। ਜਿੱਥੇ ਤੱਕ ਸੇਵਾ ਦੀ ਗੱਲ ਹੈ ਉਹ ਹੈ ਵੰਡਣਾ, ਦੇਖਭਾਲ ਕਰਨੀ ਔਰ ਮਦਦ ਕਰਨੀ, ਸ਼ੇਅਰਿੰਗ, ਕੇਅਰਿੰਗ ਐਂਡ ਹੈਲਪਿੰਗ। ਸੋ ਜਾਂ ਤੇ ਅਸੀਂ ਜੋ ਹੈ ਉਹ ਵੈਸੇ ਸ਼ੇਅਰ ਕਰੀਏ, ਜੇ ਸ਼ੇਅਰ ਨਹੀਂ ਕਰ ਰਹੇ ਵੈਸੇ ਕਿਸੇ ਦੀ ਕੇਅਰ ਕਰੀਏ। ਕੇਅਰ ਕਰ ਰਹੇ ਹਾਂ ਲੰਬੇ ਸਮੇਂ ਲਈ ਹੁੰਦਾ, ਹੈਲਪਿੰਗ ਹੁੰਦਾ ਕੁਝ ਮੋਮੈਂਟਸ ਲਈ, ਕੋਈ ਸਾਹਮਣੇ ਆਇਆ ਉਹਦੀ ਹੈਲਪ ਕਰਤੀ। ਕੇਅਰਿੰਗ ਕੋੜੇ ਲੰਬੇ ਟਾਈਮ ਤੱਕ ਕਿਸੇ ਦਾ ਧਿਆਨ ਰੱਖਣਾ ਜਾਂ ਕੁਛ ਹੈ। ਕਿਸੇ ਹੋਰ ਵੀ ਕਈ ਸਾਰੇ ਐਸਪੈਕਟ ਨੇ, ਜਦੋਂ ਇਹਨਾਂ ਨੂੰ ਫੈਲਾਵਾਂਗੇ ਤੇ ਹੋਰ ਕਈ ਗੁਣ ਸਾਹਮਣੇ ਆਣਗੇ ਇਹਨਾਂ ਦਾ, ਜਦੋਂ ਅਸੀਂ ਵੱਡਾ ਰੂਪ ਦੇਖਾਂਗੇ। ਔਰ ਕੋਹੀਜ਼ਨ ਹੈ ਉਹਦੇ ਵਿਚਕਾਰ ਤਾਂ ਹੀ ਹੋ ਸਕਦੀ ਹੈ ਜੇ ਅਸੀਂ ਰਿਸਪੈਕਟ ਕਰੀਏ, ਇੱਕ ਦੂਸਰੇ ਨੂੰ ਸ਼ੁਕਰਗੁਜ਼ਾਰ ਹੋਈਏ, ਗ੍ਰੈਟੀਟਿਊਡ ਇੰਜੋਏ ਕਰੀਏ ਇਕੱਠੇ, ਇੰਟੀਗ੍ਰਿਟੀ ਹੋਏ, ਅਖੰਡਤਾ, ਮੈਂ ਕਹਿ ਕੁਛ ਰਿਹਾ ਕਰ ਕੁਛ ਰਿਹਾ ਉਹ ਨਹੀਂ ਹੋਣਾ ਚਾਹੀਦਾ, ਓਨੈਸਟੀ ਹੋਣੀ ਚਾਹੀਦੀ ਹੈ, ਟਰਾਂਸਪੇਰੈਂਸੀ ਹੋਣੀ ਚਾਹੀਦੀ ਹੈ। ਇਹ ਸਾਰੇ ਦੇ ਸਾਰੇ ਗੁਣ ਚਾਹੀਦੇ ਹਨ। ਔਰ ਸੌਰੀ ਵੈਲਿਊਜ਼ ਚਾਹੀਦੀਆਂ। ਇਹ ਸਾਰੀਆਂ ਵੈਲਿਊਜ਼ ਨੇ। ਇਹ ਸਾਰੀਆਂ ਵੈਲਿਊਜ਼ ਲਈ ਸਾਨੂੰ ਕੋਈ ਦੱਸਿਆ ਸ਼ੁਰੂ ਤੋਂ ਐਫਰਟ ਨਹੀਂ ਕਰਨਾ, ਪਰ ਇਹਨਾਂ ਨੂੰ ਪ੍ਰੈਕਟਿਸ ਕਰਨ 'ਚ ਐਫਰਟ ਕਰਨਾ। ਅਡਾਪਟ ਕਰਨ ਲਈ ਮਿੰਟ ਲੱਗਦਾ ਹੈ, ਹਾਂਜੀ ਮੈਂ ਅੱਜ ਤੋਂ ਬਾਅਦ ਸਾਰਿਆਂ ਦਾ ਸ਼ੁਕਰਗੁਜ਼ਾਰ ਹੋਵਾਂਗਾ, ਪਰ ਉਹਨੂੰ ਪ੍ਰੈਕਟਿਸ ਕਰਨ ਲਈ ਸਾਨੂੰ ਵਰਚੂਸ ਚਾਹੀਦੀਆਂ ਨੇ। ਹੁਣ ਅਸੀਂ ਫਾਈਨਲ ਪ੍ਰੋਟੈਕਸ਼ਨ ਆਫ ਰਾਈਟਸ ਦੀ ਗੱਲ ਕਰਾਂਗੇ। ਉਹਦੇ ਵਿਚਕਾਰ ਇਕੁਐਲਿਟੀ ਹੈ, ਸੈਕੂਲਰਿਜ਼ਮ ਹੈ, ਪ੍ਰਵਾਨਗੀ ਹੈ, ਜਸਟਿਸ ਹੈ, ਫੇਅਰਨੈਸ ਹੈ, ਤਾਂ ਹੀ ਪ੍ਰੋਟੈਕਸ਼ਨ ਆਫ ਰਾਈਟ ਹੋਣਗੇ ਜੇ ਇਹ ਵੈਲਿਊਜ਼ ਸਾਡੀ ਅਸੀਂ ਪ੍ਰੈਕਟਿਸ ਕਰਾਂਗੇ। ਸੋ ਇਹ ਕੁਝ ਇੱਕ ਵੈਲਿਊਜ਼ ਨੇ ਜਿਨ੍ਹਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਪਰ ਇਹਨਾਂ ਚੋਂ ਤੁਸੀਂ ਇਹ ਦੱਸ ਦਿਓ ਇੱਕ ਵੀ ਵੈਲਿਊ ਨਾ ਹੋਏ ਤੇ ਬੰਦਾ ਕਹਿ ਸਕਦਾ ਕਿ ਮੈਂ ਨਿਰਵੈਰ ਹਾਂ? ਉਹ ਨਿਰਵੈਰ ਨਹੀਂ ਹੋ ਸਕਦਾ। ਉਹਦਾ ਕਿਸੇ ਨਾ ਕਿਸੇ ਰੂਪ ਦੇ ਵਿਚਕਾਰ ਕੋਈ ਨਾ ਕੋਈ ਵੈਰ ਹੈ। ਤੋ ਇਹ ਨਿਰਭਉ ਨਿਰਵੈਰ ਦੇ ਐਕਸਪੈਂਡਡ ਰੂਪ ਨੇ, ਤਾਂ ਕਿ ਚੰਗਿਆਈਆਂ ਔਰ ਜੋ ਗੁਣ ਹੈ ਇਹ ਸਾਰਿਆਂ ਨੂੰ ਇਕੱਠਿਆਂ ਲੈ ਕੇ ਚੱਲਣਾ ਹੈ। ਵੈਲਿਊ ਸਿਸਟਮ ਪਹਿਲੇ ਹੋਣਾ ਚਾਹੀਦਾ ਹੈ। ਬਿਨਾਂ ਵੈਲਿਊ ਸਿਸਟਮ ਦੇ ਵਰਚੂਜ਼ ਅਗਰ ਆ ਰਹੀਆਂ ਤੇ ਖਤਰਨਾਕ ਹੋ ਸਕਦੀਆਂ। ਵੈਲਿਊ ਸਿਸਟਮ ਹੈ ਤੇ ਵਰਚੂਜ਼ ਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ। ਵਰਚੂਜ਼ ਲਈ ਸਾਨੂੰ ਆਪਣੇ ਜੀਵਨ 'ਚ ਚੇਂਜ ਲਿਆਉਣਾ ਪੈਂਦਾ, ਆਪਣੀ ਰੋਜ਼ ਦੀ ਜੋ ਬਿਹੇਵੀਅਰ ਹੈ ਉਹਦੇ 'ਚ ਬਦਲਾਅ ਲਿਆਉਣਾ ਪੈਂਦਾ ਹੈ, ਚੀਜ਼ਾਂ ਨੂੰ ਕਿਸ ਤਰ੍ਹਾਂ ਡੀਲ ਕਰਨਾ ਹੈ ਉਹਦੇ 'ਚ ਚੇਂਜ ਲਿਆਉਣਾ ਪੈਂਦਾ ਹੈ। ਵੈਲਿਊਜ਼ ਦੇ ਵਿਚਕਾਰ ਸਿਰਫ ਉਹਨਾਂ ਨੂੰ ਮੰਨਣਾ ਪੈਂਦਾ ਹੈ, ਹਾਂਜੀ ਮੰਨ ਲਿਆ ਅੱਜ ਤੋਂ ਬਾਅਦ ਨਹੀਂ ਹੋਏਗਾ, ਪਰ ਇਹਨਾਂ ਲਈ ਇਹ ਨਹੀਂ ਹੁੰਦਾ। ਇਹਨਾਂ ਲਈ ਬਹੁਤ ਕੁਝ ਪ੍ਰੈਕਟਿਸ ਕਰਨੀ ਪੈਂਦੀਆਂ ਵੈਲਿਊਜ਼, ਤਾਂ ਜਾ ਕੇ ਸਾਡੇ ਜੀਵਨ ਦਾ ਹਿੱਸਾ ਬਣਦੀਆਂ, ਤਾਂ ਉਹ ਸਾਡੀ ਹੈਬਿਟਸ ਦੇ ਵਿੱਚ ਆ ਜਾਂਦੀਆਂ। ਸੋ ਇਸ ਤੋਂ ਬਾਅਦ ਅਸੀਂ ਨਿਰਵੈਰਤਾ ਜੋ ਹੈ ਉਹ ਅੰਦਰੂਨੀ ਚਰਿੱਤਰ ਨੂੰ ਵੀ ਦਰਸਾਉਂਦੀ ਹੈ। ਤੇ ਅਸੀਂ ਹੁਣ ਦੇਖੀਏ ਕਿ ਜੋ ਬਿਹੇਵੀਅਰ ਵਿਦ ਟਰੂਥਫੁਲ ਲਿਵਿੰਗ, ਹੁਣ ਗੱਲ ਸਾਡਾ ਅਲਟੀਮੇਟਲੀ ਜੋ ਲੋਕ ਦੇਖ ਰਹੇ ਨੇ ਉਹ ਤਾਂ ਸਾਡਾ ਬਿਹੇਵੀਅਰ ਹੈ ਨਾ, ਜਾਂ ਮੈਂ ਜੋ ਦੇਖ ਰਿਹਾ ਆਪਣੇ ਆਪ ਨੂੰ। ਸੋ ਬਿਹੇਵੀਅਰ ਵਿਦ ਟਰੂਥਫੁਲ ਲਿਵਿੰਗ, that is with Satnam Nirvair Nirbhav. That means loving him and loving his creation through Nirvair and Nirbhav qualities is a sense of values and virtues. ਉਹ ਸਾਡਾ ਅਸੈਂਸ ਹੈ ਜਿਹਨੂੰ ਮਿੱਠਤ ਨੀਵੀਂ ਗੁਰੂ ਸਾਹਿਬ ਨੇ ਕਿਹਾ।
एंड ह्यूमिलिटी एंड स्वीटनेस, वो दोनों चीज़ां अगर बिहेवियर च आई जा रही ने आहिस्ता आहिस्ता, फॉर एवरीवन इज नैचुरल इन बिहेवियर, ये ਤਾਂ ਨੈਚੁਰਲ ਆ ਰਹੀਆਂ ਨੇ, ਇਹਨਾਂ ਨੂੰ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਮੈਨੂੰ ਹੰਬਲ ਹੋਣ ਲਈ ਆਪਣੇ ਆਪ ਨੂੰ ਰੋਕਣਾ ਨਹੀਂ ਪੈ ਰਿਹਾ, ਮੈਂ ਆਪਣੇ ਆਪ ਰੁਕ ਜਾਂਦਾ। ਮੈਨੂੰ ਹੰਬਲ ਹੋਣ ਲਈ ਇਹ ਨਹੀਂ ਸੋਚਣਾ ਪੈ ਰਿਹਾ ਇਹ ਤੇ ਮੇਰਾ ਬੌਸ ਹੈ ਯਾਰ, ਇਹਦੇ ਨਾਲ ਮੈਂ ਕਿਉਂ ਪੰਗਾ ਲੈ ਰਿਹਾ, ਮੈਨੂੰ ਹੰਬਲ ਹੀ ਹੋਣਾ ਠੀਕ। ਉਹ ਨਹੀਂ, ਉਹ ਨੈਚੁਰਲ ਨਹੀਂ ਹੈ, ਉਹ ਮੈਂ ਆਪਣੇ ਆਪ ਨੂੰ ਰਿਸਟ੍ਰਿਕਟ ਕੀਤਾ ਹੋਇਆ। ਨਾ ਹੀ ਸਵੀਟਨੈਸ ਨੈਚੁਰਲ ਹੈ। ਇਹ ਨੈਚੁਰਲ ਨੇ ਅਗਰ ਹਿਊਮਿਲਿਟੀ ਐਂਡ ਸਵੀਟਨੈਸ ਕਿਸੇ ਲਈ ਵੀ, ਤਾਂ ਤੇ ਉਹ ਠੀਕ ਹੈ। ਬਟ ਵਿਦਆਊਟ ਟਰੂਥਫੁਲ ਲਿਵਿੰਗ ਕੀ ਹੈ, and they can be artificial and can be with a purpose to deceive। actually ਬਾਣੀ ਵਿੱਚ ਸ਼ਬਦ ਵੀ ਹੈ, ਉਹ ਅਸੀਂ ਇੱਥੇ ਨਹੀਂ ਡਿਸਕਸ ਕਰ ਰਹੇ। ਉਹ ਹਿਊਮਿਲਿਟੀ ਐਂਡ ਸਵੀਟਨੈਸ ਅਗਰ ਉਹ ਆਰਟੀਫਿਸ਼ੀਅਲ ਹੈ, ਜਿਵੇਂ ਕਿ ਕਹਿਣਾ ਨਹੀਂ ਚਾਹੀਦਾ, ਬਟ ਸਾਡਾ ਜੋ ਪੋਲੀਟੀਕਲ ਸਿਸਟਮ ਹੈ, ਜਿਵੇਂ ਉਹ ਹੱਥ ਜੋੜ ਕੇ ਤੁਰ ਰਹੇ ਹੁੰਦੇ ਨੇ ਪੋਲੀਟੀਸ਼ੀਅਨਸ, ਉਹ ਸਭ ਉਹਨਾਂ ਨੇ ਮਿੰਟ ਬਾਅਦ ਹੀ ਤੁਹਾਨੂੰ ਮਤਲਬ ਬਰਾਬਰ ਕਰ ਦੇਣਾ ਹੁੰਦਾ, ਤਾਂ ਤੁਹਾਨੂੰ ਡਿਸੀਵ ਕਰਨ ਲਈ ਕੀਤਾ ਜਾ ਰਿਹਾ ਹੁੰਦਾ, ਉਹ ਵਿਦਆਊਟ ਟਰੂਥਫੁਲ ਲਿਵਿੰਗ ਹੈ। ਪਰ ਹੋ ਸਕਦਾ ਉਹਨਾਂ 'ਚ ਵੀ ਕੋਈ ਚੰਗੇ ਨੇਕ ਬੰਦੇ ਹੋਣ, ਮਤਲਬ ਮੈਂ ਸਾਰਿਆਂ ਨੂੰ ਇੱਕੋ ਨਹੀਂ ਕਵਾਂਗਾ, ਪਰ ਵਿਦਆਊਟ ਟਰੂਥਫੁਲ ਲਿਵਿੰਗ ਇਹੀ ਸਾਨੂੰ ਧੋਖਾ ਦੇਣ ਲਈ ਵੀ ਅਸੀਂ ਇਹਨਾਂ ਦੋਨਾਂ ਬਿਹੇਵੀਅਰ ਦਾ ਇਸਤੇਮਾਲ ਕਰਦੇ ਹਾਂ, ਔਰ ਉਹਦਾ ਬਾਣੀ 'ਚ ਜ਼ਿਕਰ ਵੀ ਆਇਆ ਹੈ। ਸੋ ਅਸੀਂ ਅਗਰ ਅਸੀਂ ਮੈਸੇਜ ਦੇਖੀਏ ਤੇ ਹੈ ਕਿ ਮੂਲ ਮੰਤਰ ਇਜ਼ ਦਾ ਫਸਟ ਨਰੇਸ਼ਨ ਆਫ ਡਿਵਾਈਨ ਕੁਆਲਿਟੀਜ਼, ਉੱਥੋਂ ਦੀ ਸਾਡੀ ਸ਼ੁਰੂਆਤ ਹੈ। ਉਹਨਾਂ ਕੁਆਲਿਟੀਜ਼ ਵਿੱਚੋਂ ਦੋ ਜੋ ਕਰਤਾ ਪੁਰਖ ਨੇ, ਜੋ ਕਰਤਾਰ ਨੇ ਜੀਵਨ ਦੇ ਵਿਚਕਾਰ ਉਹਦੀ ਕਰਤਾ ਪੁਰਖ ਦੀ ਜੋ ਗੇਮ ਸ਼ੁਰੂ ਹੋਈ ਹੈ, ਜੋ ਦੋ ਸਿੱਧਾ ਹੀ ਨਿਰਭਉ ਨਿਰਵੈਰ ਹੈ, ਉਹ ਡਾਇਰੈਕਟਲੀ ਗੁਰੂ ਸਾਹਿਬ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ। ਉਹ ਦੋ ਕੁਆਲਿਟੀਜ਼ ਬੇਸ ਨੇ ਬੇਅੰਤ ਕੁਆਲਿਟੀਜ਼ ਦਾ। So life's direction is achieved on the path of truthful living by acquiring his qualities and following Guru's doctrine, naam japo, kirt karo, vand japo. In other words, we say we love him and we love his creation. ਅਸੀਂ ਉਹਨੂੰ ਵੀ ਪ੍ਰੇਮ ਕਰਦੇ ਹਾਂ, ਉਹਦੀ ਕ੍ਰੀਏਸ਼ਨ ਨੂੰ ਵੀ ਕਰਦੇ ਹਾਂ, ਤਾਂ ਦੋਨੋਂ ਇੱਕ ਦਿਨ ਇੱਕੋ ਹੋ ਜਾਣਗੇ, ਕਿਉਂਕਿ ਕ੍ਰੀਏਸ਼ਨ 'ਚ ਵੀ ਪਰਮਾਤਮਾ ਹੀ ਹੈ। ਸੋ ਕਿਰਤ ਕਰੋ ਐਂਡ ਵੰਡ ਛਕੋ is practiced by imbibing values and acquiring virtues. Our actions connects us to the qualities of the Lord. So ਸਾਡੇ ਐਕਸ਼ਨਸ ਜਿਹੜੇ ਨੇ ਫਾਈਨਲੀ ਉਹ ਕਰਮ ਤੋਂ ਬਿਨਾਂ ਨਹੀਂ ਕਨੈਕਟ ਹੋ ਰਹੇ। ਕਰਮਾਂ ਦਾ ਲੇਖਾ ਦੇਖਾ ਹੀ ਹੈ ਸਾਰਾ ਕੁਝ, ਉਹ ਕਰਮਾਂ ਦਾ ਬੇਸ ਸਾਰਾ ਹੀ ਹੈ, ਬਟ ਅਲਟੀਮੇਟਲੀ ਸਾਡੇ ਕਰਮਾਂ ਦਾ ਹੀ ਹਿਸਾਬ ਕਿਤਾਬ ਸਾਰਾ ਚੱਲ ਰਿਹਾ। ਸੋ ਜੋ ਅਟਮੋਸਟ ਹਿਊਮਨ ਡਿਵੋਸ਼ਨ ਹੈ ਉਹ ਨਾਮ ਹੈ, ਸਤਨਾਮ, ਜੋ ਸਟੁੱਥ ਦੇ ਥਰੂ ਮੈਨੂੰ ਨਾਮ ਪ੍ਰਾਪਤ ਹੋਇਆ। ਗ੍ਰੇਟੈਸਟ ਹਿਊਮਨ ਵਰਚੂ ਇਜ਼ ਟਰਸਟਵਰਦੀਨੈਸ, ਜੋ ਕਿ ਨਿਰਭਉ ਹੈ। Highest human value is selflessness, which is nirvair hai. Best human behavior is sweetness and humility, which is nimrta ate mithas. So ਇਹਦੇ ਨਾਲ ਸਭ ਗੁਣ ਤੇਰੇ ਮੈਂ ਨਹੀਂ ਕੋਏ, ਪਰਮਾਤਮਾ ਸਾਰੇ ਦੇ ਸਾਰੇ ਗੁਣਾਂ ਦਾ ਸੋਰਸ ਵੀ ਤੂੰ ਹੀ ਹੈ। And love for the Lord supplemented by good deeds, backed up by the good values, reflecting the good intent, is the only way to justify our karmas of truthful living. So ਅਸੀਂ ਕੀ ਲੈ ਕੇ ਜਾਣਾ ਇੱਥੋਂ ਕਿ ਜੋ ਨਾਮ ਜਪੋ, ਕਿਰਤ ਕਰੋ, ਵੰਡ ਛਕੋ ਹੈ, ਔਰ ਜੋ ਕਨਵਿਕਸ਼ਨ ਹੈ ਲਵ ਫॉर हिम एंड लव फॉर हिज क्रिएशन, जिन प्रेम कियो तिन ही प्रभ पायो, कीप्स अस ऑन द राइट पाथ। ਸਾਡੇ ਕਰਮਾਂ ਜਿਹੜੇ ਨੇ ਉਹਨਾਂ 'ਚ ਰਿਫਲੈਕਟ ਹੋਣੀਆਂ ਚਾਹੀਦੀਆਂ ਵੈਲਿਊਜ਼ ਐਂਡ ਵਰਚੂਜ਼, and our values should help to become selfless। ਆਹਿਸਤਾ ਆਹਿਸਤਾ ਅਸੀਂ ਸੈਲਫਲੈਸ ਹੋਵਾਂਗੇ ਤੇ ਈਗੋ ਵੀ ਖਤਮ ਹੋਏਗੀ, ਆਨੰਦ ਵੀ ਮਿਲੇਗਾ। ਸਵੀਟਨੈਸ ਐਂਡ ਹਿਊਮਿਲਿਟੀ ਇਨ ਲਿਟਮਸ ਟੈਸਟ ਹੈ, ਉਹ ਸਾਡਾ ਲਿਟਮਸ ਟੈਸਟ ਹੈ ਕਿ ਸਾਡੇ 'ਚ ਉਹ ਚੀਜ਼ਾਂ ਵੱਧ ਰਹੀਆਂ ਕਿ ਨਹੀਂ। ਜਿਉਂ-ਜਿਉਂ ਹਿਊਮਿਲਿਟੀ ਸਵੀਟਨੈਸ ਥੋੜੀ ਕਰਕੇ ਵਧੇਗੀ, ਇਹਦਾ ਮਤਲਬ ਵੈਲਿਊਜ਼ ਐਂਡ ਵਰਚੂਜ਼ ਆ ਰਹੀਆਂ ਨੇ। ਐਂਡ ਬਿਨਾਂ ਉਹਦੇ ਅਗਰ ਆ ਰਹੀਆਂ ਨੇ ਤੇ ਫਿਰ ਅਸੀਂ ਸਮਝੋ ਕਿ ਧੋਖਾ ਵੀ ਦੇਣ ਦੀ, ਦੁਨੀਆ ਨੂੰ ਬਹੁਤ ਵੱਡਾ ਧੋਖਾ ਦੇਣ ਲਈ ਆਪਣੇ ਆਪ ਨੂੰ ਤਿਆਰ ਕਰ ਰਹੇ ਹਾਂ। ਸੋ ਇਹ ਸਾਡਾ ਮੋਡਿਊਲ ਖਤਮ ਹੁੰਦਾ ਜੀ ਇੱਥੇ। ਸੋ ਇਹ ਮੈਂ ਕਲੋਜ਼ ਕਰ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਕੋਈ ਭੁੱਲ ਚੁੱਕ ਹੋਈ ਹੋਣੀ ਹੈ, ਉਹਦੇ ਲਈ ਮੈਂ ਪਹਿਲੇ ਹੀ ਖਿਮਾ ਮੰਗ ਲਾਂ, ਕਿਉਂਕਿ ਇਤਨਾ ਵੱਡਾ ਭੰਡਾਰ ਹੈ ਗੁਰਬਾਣੀ ਦਾ ਕਿ ਜ਼ਰੂਰ ਕਿਤੇ ਨਾ ਕਿਤੇ ਕੋਈ ਨਾ ਕੋਈ ਅਸੀਂ ਮਨੁੱਖੀ ਜੀਵਨ 'ਚ ਭੁੱਲ ਚੁੱਕ ਕਰ ਹੀ ਜਾਂਦੇ ਹਾਂ, ਤੇ ਸੰਗਤ ਬਖਸ਼ਣਹਾਰ ਹੈ। ਸੋ ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।